ਚਵਰ ਛਤਰ ਤਖਤ ਦੇ ਮਾਲਕ, ਜ਼ਾਹਿਰਾ ਜ਼ਹੂਰ ਅਤੇ ਹਾਜ਼ਰਾ ਹਜ਼ੂਰ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ, ਰਾਤਰੀ ਦੇ ਦੀਵਾਨ 'ਚ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦਾ ਮਨੋਹਰ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਪਾਵਨ ਬਚਨ ਗੁਰੂ ਕੇ ਕੀਰਤਨੀਆਂ ਨੇ ਆਪ ਜੀ ਨੂੰ ਸੁਣਾਏ ਨੇ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ। ਉਹ ਪਮਦ ਜਿਉ ਬਾਸ ਬਸਤ ਹੈ, ਮੁਕਰ ਮਾਏ ਜੈਸੇ ਛਾਈ। ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ। ਮਨੁੱਖੀ ਸਮਾਜ ਅੰਦਰ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਅਨੇਕ ਤਰੀਕੇ ਲੋਕਾਂ ਨੇ ਲੱਭੇ ਨੇ। ਕੁਝ ਲੋਕਾਂ ਨੇ ਇਹ ਕਿਹਾ ਹੈ ਕਿ ਗ੍ਰਸਥ ਵਿੱਚ ਰਹਿ ਕੇ, ਸਮਾਜ ਵਿੱਚ ਰਹਿ ਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਹਨਾਂ ਨੇ ਜੰਗਲਾਂ ਨੂੰ ਜਾਣਾ ਸ਼ੁਰੂ ਕਰ ਦਿੱਤਾ ਕਿ ਸ਼ਾਇਦ ਜੰਗਲਾਂ 'ਚ, ਪਹਾੜਾਂ 'ਚ, ਤੀਰਥਾਂ 'ਤੇ ਜਾ ਕੇ ਰੱਬ ਮਿਲ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸਮਝਾ ਰਹੇ ਨੇ ਕਿ ਪ੍ਰਮਾਤਮਾ ਤੇ ਤੁਹਾਡੇ ਅੰਦਰ ਹੈ। ਧਰਮ ਦੇ ਨਾਂ 'ਤੇ ਸਾਡੇ ਸਮਾਜ ਦਾ ਤਾਣਾ ਬਾਣਾ ਕੁਝ ਅਜਿਹਾ ਬਣ ਗਿਆ, ਬਹੁਤ ਸਾਰੇ ਲੋਕ ਧਰਮ ਦੇ ਨਾਂ 'ਤੇ ਘਰਾਂ ਤੋਂ ਭੱਜਣੇ ਸ਼ੁਰੂ ਹੋ ਗਏ। ਸਮਾਜ ਜਿਹੜਾ ਸੀ ਅਸਤ ਵਿਅਸਤ ਹੋ ਗਿਆ। ਗੁਰੂ ਸਾਹਿਬਾਂ ਨੇ ਆ ਕੇ ਇਸ ਸਮਾਜ ਨੂੰ ਸਵਾਰਨ ਦਾ ਯਤਨ ਕੀਤਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿੰਨੀ ਦੁਨੀਆ ਦਾ ਭ੍ਰਮਣ ਕਰਕੇ ਥਾਂ ਥਾਂ ਤੇ ਲੋਕਾਂ ਨੂੰ ਸੱਚ ਧਰਮ ਦੀ ਸੋਝੀ ਦਿੱਤੀ। ਗੁਰਮਤਿ ਨੇ ਗ੍ਰਸਥ ਨੂੰ ਪ੍ਰਧਾਨਤਾ ਦਿੱਤੀ ਹੈ। ਗੁਰਬਾਣੀ ਦੇ ਬਚਨ ਨੇ ਕਿ ਪ੍ਰਮਾਤਮਾ ਆਪ ਗ੍ਰਸਤੀ ਹੈ। ਜਦ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਗ੍ਰਸਤਨ ਮੈਂ ਤੋਂ ਬੜੋ ਗ੍ਰਸਤੀ, ਪਰਮਾਤਮਾ ਦੇ ਪ੍ਰਥਾਏ ਕਿ ਪ੍ਰਮਾਤਮਾ ਤੂੰ ਗ੍ਰਸਤੀਆਂ ਵਿੱਚ ਸਭ ਤੋਂ ਵੱਡਾ ਗ੍ਰਸਤੀ ਹੈ। ਅਸੀਂ ਕਹਿੰਦੇ ਤੂੰ ਮਾਤ ਪਿਤਾ ਹਮ ਬਾਰਕ ਤੇਰੇ। ਜੇ ਪਰਮਾਤਮਾ ਸਾਡਾ ਮਾਂ ਪਿਓ ਹੈ, ਅਸੀਂ ਉਹਦੇ ਬੱਚੇ ਹਾਂ, ਤਾਂ ਕਿੱਡਾ ਵੱਡਾ ਪਰਿਵਾਰ ਹੈ ਪਰਮਾਤਮਾ ਦਾ। ਪਰਮਾਤਮਾ ਗ੍ਰਸਤੀ ਹੈ। ਤੇ ਤੁਸੀਂ ਦੁਨੀਆ 'ਚ ਨਜ਼ਰ ਮਾਰੋ, ਬਹੁਤੇ ਧਾਰਮਿਕ ਰਹਿਬਰ ਜਿਹੜੇ ਹੋਏ ਨੇ ਉਹ ਗ੍ਰਸਤੀ ਨੇ। ਹਜ਼ਰਤ ਮੁਹੰਮਦ ਸਾਹਿਬ ਗ੍ਰਸਤੀ ਨੇ, ਰਾਮਚੰਦਰ ਜੀ, ਕ੍ਰਿਸ਼ਨ ਜੀ, ਸ਼ਿਵ ਜੀ, ਬ੍ਰਹਮਾ, ਇਹ ਸਭ ਗ੍ਰਸਤੀ ਨੇ। ਹੋਰ ਅਨੇਕਾਂ ਹੀ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਗ੍ਰਸਤੀ ਨੇ। ਸਾਡੇ ਗੁਰੂ ਸਾਹਿਬਾਨ ਨੇ ਗ੍ਰਸਤ ਨੂੰ ਪ੍ਰਧਾਨ ਕਿਹਾ। ਜਿਵੇਂ ਪਰਬਤਾਂ 'ਚੋਂ ਸਮੇਰ ਪਰਬਤ ਹੁੰਦਾ ਹੈ, ਜਿਵੇਂ ਪੰਛੀਆਂ 'ਚੋਂ ਹੰਸ ਹੁੰਦਾ ਹੈ, ਚੁਪਾਇਆਂ 'ਚੋਂ ਜਿਵੇਂ ਸ਼ੇਰ ਹੁੰਦਾ ਹੈ, ਰਾਗਾਂ 'ਚੋਂ ਸ੍ਰੀ ਰਾਗ ਹੁੰਦਾ ਹੈ, ਗੁਰਬਾਣੀ ਕਹਿੰਦੀ ਤਿਵੇਂ ਸਾਰਿਆਂ ਧਰਮਾਂ ਤੋਂ ਉੱਤਮ ਧਰਮ ਹੈ ਗ੍ਰਸਤ ਧਰਮ। ਔਰ ਗ੍ਰਸਤ ਨੂੰ ਧਰਮ ਕਹਿ ਕੇ ਸਤਿਗੁਰੂ ਜੀ ਨੇ ਵਡਿਆਇਆ। ਇਹ ਗੱਲ ਵੱਖਰੀ ਹੈ ਕਿ ਮਨੁੱਖ ਨੂੰ ਗ੍ਰਸਤ ਦੀ ਮਹਾਨਤਾ ਦਾ ਪਤਾ ਨਾ ਹੋਵੇ, ਉਹ ਕਹੇ ਜੀ ਗ੍ਰਸਤ ਦੁੱਖਾਂ ਦਾ ਘਰ ਹੈ, ਉਹ ਗ੍ਰਸਤ ਤੋਂ ਭੱਜ ਜਾਏ। ਸਤਿਗੁਰੂ ਜੀ ਨੇ ਇੱਕ ਵਧੀਆ ਸਮਾਜ ਦੀ ਸਿਰਜਣਾ ਦੀ ਗੱਲ ਕੀਤੀ। ਜਦ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਭਗਤ ਰਵਿਦਾਸ ਸਾਹਿਬ ਜੀ ਨੇ ਬੇਗਮਪੁਰੇ ਦਾ ਜ਼ਿਕਰ ਕੀਤਾ ਹੈ। ਉਹ ਬੇਗਮਪੁਰਾ ਜਿੱਥੇ ਕੋਈ ਦੁੱਖ ਨਾ ਹੋਏ, ਚਿੰਤਾ ਨਾ ਹੋਵੇ, ਫਿਕਰ ਨਾ ਹੋਵੇ। ਜੇ ਗ੍ਰਸਤ ਜੀਵਨ ਵਿੱਚ ਰਹਿੰਦੇ ਹਾਂ, ਸਾਨੂੰ ਚਿੰਤਾਵਾਂ ਨੇ, ਸਾਨੂੰ ਫਿਕਰ ਨੇ, ਸਾਨੂੰ ਕੋਈ ਪ੍ਰੋਬਲਮ ਹੈ, ਇਹਦਾ ਮਤਲਬ ਹੈ ਕਿ ਸਾਨੂੰ ਗ੍ਰਸਤ ਦੇ ਵਿੱਚ ਰਹਿਣ ਦੀ ਅਜੇ ਜਾਂਚ ਨਹੀਂ ਆਈ। ਦੇਖੋ ਨਾ, ਅਸੀਂ ਕਾਰ ਚਲਾਉਂਦੇ ਹਾਂ, ਕੋਈ ਗੜਬੜ ਹੋ ਰਹੀ ਹੈ, ਇਹਦਾ ਮਤਲਬ ਕਿ ਸਾਨੂੰ ਡਰਾਈਵ ਨਹੀਂ ਕਰਨੀ ਆ ਰਹੀ, ਕੋਈ ਨਾ ਕੋਈ ਗੜਬੜ ਤੇ ਹੈ ਨਾ। ਇਹ ਗ੍ਰਸਤ ਦੁੱਖਾਂ ਲਈ ਨਹੀਂ ਸੀ। ਜੇ ਗ੍ਰਸਤ ਵਿੱਚ ਰਹਿੰਦਿਆਂ ਦੁੱਖ ਨੇ ਤੇ ਉਹਦੇ ਵਿੱਚ ਸਾਡੀ ਕੋਈ ਨਾਕਾਮਯਾਬੀ ਹੋ ਸਕਦੀ ਹੈ, ਸਾਡੀ ਕੋਈ ਕਮਜ਼ੋਰੀ ਹੋ ਸਕਦੀ ਹੈ, ਲੇਕਿਨ ਗ੍ਰਸਤ ਦੁੱਖਾਂ ਦਾ ਕਾਰਨ ਨਹੀਂ ਹੈ। ਪ੍ਰਮਾਤਮਾ ਨੇ ਗ੍ਰਸਤਾਂ ਬਣਾਇਆ ਹੀ ਇਸ ਕਰਕੇ ਕਿ ਮਨੁੱਖ ਦੀ ਜ਼ਿੰਦਗੀ ਦੀ ਚਾਲ ਵਧੀਆ ਰਹੇ। ਅਸੀਂ ਪ੍ਰਦੇਸ਼ ਜਾਂਦੇ ਹਾਂ ਨਾ, ਤੇ ਰਸਤੇ ਵਿੱਚ ਬੰਦਾ ਇਕੱਲਾ ਹੋਵੇ ਨਾ ਤੇ ਬੜਾ ਉਦਾਸ ਜਿਹਾ ਰਹਿੰਦਾ ਹੈ, ਸੋਚਾਂ 'ਚ ਪਿਆ ਰਹਿੰਦਾ, ਸੋਚਦਾ ਕੋਈ ਸਾਥੀ ਮਿਲ ਜਾਏ, ਤੇ ਕੋਈ ਚੰਗਾ ਸਾਥੀ ਮਿਲੇ, ਚੰਗੇ ਖਿਆਲਾਂ ਵਾਲਾ, ਹਮ ਖਿਆਲਾਂ ਵਾਲਾ, ਤੇ ਸਫ਼ਰ ਬੜਾ ਸੁਖਾਵਾਂ ਹੋ ਜਾਂਦਾ ਹੈ। ਅਸੀਂ ਇਸ ਧਰਤੀ ਤੇ ਪ੍ਰਦੇਸ਼ 'ਚ ਹੀ ਆਏ ਹਾਂ। ਇੱਥੇ ਇਕੱਲਿਆਂ ਜ਼ਿੰਦਗੀ ਨਹੀਂ ਲੰਘਣੀ। ਜਿਹੜੇ ਇਕੱਲੇ ਜੰਗਲਾਂ 'ਚ ਬੈਠੇ ਕੋ ਬਹੁਤੇ ਖੁਸ਼ ਨਹੀਂ ਹੈ। ਤੀਰਥਾਂ 'ਤੇ ਫਿਰਨ ਵਾਲੇ ਕੋ ਬਹੁਤੇ ਨਹੀਂ ਕਿ ਹਰ ਵੇਲੇ ਖੁਸ਼ ਹੀ ਰਹਿਣਗੇ।
ਇੱਥੇ ਜੀਵਨ ਸਾਥੀ ਦੀ ਲੋੜ ਹੈ, ਪਰ ਹੋਏ ਹਮ ਖਿਆਲਾਂ ਵਾਲਾ ਜ਼ਿੰਦਗੀ ਦਾ ਸਫ਼ਰ ਬੜਾ ਸੁਖਾਵਾਂ ਬਤੀਤ ਹੋ ਜਾਂਦਾ ਹੈ, ਕਿਉਂਕਿ ਇਹ ਮਨੁੱਖ ਸਮਾਜਿਕ ਜੀਵ ਹੈ। ਸਮਾਜ ਪਰਿਵਾਰਾਂ ਤੋਂ ਬਣਦਾ ਹੈ। ਅਸੀਂ ਜਿੰਨੇ ਵੀ ਆਪਣੇ ਯਤਨ ਕਰਦੇ, ਭਾਵੇਂ ਉਹ ਸਾਡੇ ਰਾਜਨੀਤਿਕ ਨੇ, ਭਾਵੇਂ ਉਹ ਸਾਡੇ ਆਰਥਿਕ ਨੇ, ਭਾਵੇਂ ਉਹ ਧਾਰਮਿਕ ਨੇ, ਭਾਵੇਂ ਉਹ ਕੋਈ ਵੀ ਯਤਨ ਨੇ, ਇਹ ਸਾਰੇ ਯਤਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਸਾਡੇ ਸਮਾਜ ਦੀ ਜਿਹੜੀ ਗੱਡੀ ਹੈ ਨਾ, ਇਹ ਸੁਖਾਵੀਂ ਚੱਲਦੀ ਰਹੇ, ਸਮਾਜ ਵਧੀਆ ਚੱਲਦਾ ਰਹੇ। ਹੁਣ ਵਧੀਆ ਸਮਾਜ ਨੂੰ ਬਣਾਉਣ ਦੇ ਲਈ ਵਧੀਆ ਮਨੁੱਖਾਂ ਦੀ ਲੋੜ ਹੈ। ਵਧੀਆ ਮਨੁੱਖ ਜਿਹੜੇ ਨੇ ਉਹ ਪਰਿਵਾਰਾਂ 'ਚ ਹੀ ਪੈਦਾ ਹੋਣੇ ਨੇ। ਵਧੀਆ ਪਰਿਵਾਰਾਂ ਦੀ ਲੋੜ ਹੈ। ਸਾਡੇ ਉਹ ਪਰਿਵਾਰ ਕਿਵੇਂ ਵਧੀਆ ਬਣ, ਸਾਨੂੰ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਰਾਹੀਂ ਉਹ ਦਾਤ ਬਖਸ਼ਿਸ਼ ਕੀਤੀ ਹੈ। ਆਉਣ ਵਾਲੇ ਦਿਨਾਂ ਦੇ ਅੰਦਰ ਅਸੀਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਜਿਸ ਸਤਿਗੁਰੂ ਜੀ ਦੀ ਬਹੁਤ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ 'ਚ ਅੰਕਿਤ ਹੈ। ਜਿਸ ਸਤਿਗੁਰੂ ਜੀ ਦਾ ਜਦੋਂ ਅਸੀਂ ਜੀਵਨ ਇਤਿਹਾਸ ਪੜ੍ਹਦੇ ਹਾਂ ਕਿ ਉਹ ਇੱਕ ਸਫਲ ਗ੍ਰਸਤੀ ਸਨ। ਦੇਖੋ, ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਭਾਈ ਲਹਿਣਾ ਜੀ ਸੇਵਕ ਰੂਪ 'ਚ ਆਏ ਸਨ। ਬਾਬਾ ਅਮਰਦਾਸ ਜੀ ਸੇਵਕ ਰੂਪ 'ਚ ਆਏ ਸਨ। ਉਹਨਾਂ ਨੇ ਸੇਵਾ ਕੀਤੀ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ। ਭਾਈ ਜੇਠਾ ਜੀ ਆਏ ਤੇ ਭਾਵੇਂ ਸੇਵਕ ਰੂਪ ਵਿੱਚ ਹੀ ਸਨ, ਪਰ ਉਹ ਗੁਰੂ ਘਰ 'ਚ ਰਿਸ਼ਤੇਦਾਰ ਵੀ ਬਣ ਗਏ, ਗੁਰੂ ਅਮਰਦਾਸ ਜੀ ਦੇ ਜਵਾਈ ਬਣ ਗਏ। ਇਹ ਪਹਿਲੀ ਘਟਨਾ ਸੀ ਕਿ ਗੁਰੂ ਰਾਮਦਾਸ ਜੀ ਗੁਰੂ ਘਰ 'ਚ ਵਿਆਹੇ ਨੇ, ਲੇਕਿਨ ਉਹਨਾਂ ਨੇ ਉੱਥੇ ਰਹਿੰਦਿਆਂ ਹੋਇਆ ਇੱਕ ਸੇਵਕ ਬਣ ਕੇ ਸੇਵਾ ਕਰਕੇ, ਜਿੱਥੇ ਉਹਨਾਂ ਦੀ ਸੇਵਾ ਮਹਾਨ ਹੈ। ਬੀਬੀ ਭਾਨੀ ਜੀ ਦੀ ਸੇਵਾ ਬੜੀ ਆਦਰਸ਼ਕ ਹੈ। ਉਹਨਾਂ ਨੇ ਇੱਕ ਸਫਲ ਗ੍ਰਸਤੀ ਹੋਣ ਦਾ ਸਬੂਤ ਦਿੱਤਾ। ਕੇਵਲ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਸਬੂਤ ਹੀ ਨਹੀਂ ਦਿੱਤਾ, ਸਾਡੇ ਲਈ ਪੂਰਨੇ ਪਾਏ। ਗੁਰਬਾਣੀ ਦੇ ਰਾਹੀਂ ਸਾਨੂੰ ਬੜਾ ਵੱਡਾ ਸੰਦੇਸ਼ ਦੇ ਦਿੱਤਾ ਹੈ। ਜਦੋਂ ਆਪਾਂ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਸੂਹੀ ਰਾਗ ਦੇ ਵਿੱਚ ਸਤਿਗੁਰੂ ਜੀ ਦੀ ਇੱਕ ਪਾਵਨ ਬਾਣੀ ਹੈ, ਸੂਹੀ ਰਾਗ ਦੇ ਛੰਤਾਂ ਅੰਦਰ, ਜਿਹਨੂੰ ਅਸੀਂ ਲਾਵਾਂ ਦੇ ਨਾਮ ਨਾਲ ਚੇਤੇ ਕਰਦੇ ਹਾਂ। ਜਿੱਥੇ ਕੁ ਜੇ ਇਹ ਬਾਣੀ ਅੰਕਿਤ ਹੈ, ਉਦੋਂ ਪਹਿਲਾਂ ਇੱਕ ਛੰਤ ਹੈ ਜਿਹਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਮਾਰਗ ਦੀ, ਜਿਹਨੂੰ ਆਪਾਂ ਕਹਿੰਦੇ ਗ੍ਰਸਤ ਮਾਰਗ ਦੀ ਗੱਲ ਕਰਦੇ ਹਾਂ, ਇੱਕ ਬੜੀ ਮਹਾਨ ਗੱਲ ਕਹੀ ਹੈ। ਕਿਉਂਕਿ ਗ੍ਰਸਤ ਦੀ ਜਦੋਂ ਆਰੰਭਤਾ ਹੁੰਦੀ, ਉਦੋਂ ਪਹਿਲਾਂ ਹੁੰਦੀ ਹੈ ਕੁੜਮਾਈ। ਕੁੜਮਾਈ ਜਿਹੜੀ ਇਹ ਪਹਿਲਾਂ, ਇਹਨੂੰ ਕਹਿ ਸਕਦੇ ਇੱਕ ਕੰਪੜਾ ਹੈ ਗ੍ਰਸਤ ਵਿੱਚ ਪ੍ਰਵੇਸ਼ ਹੋਣ ਦੇ ਲਈ, ਵਿਆਹ ਤੋਂ ਪਹਿਲਾਂ, ਜਿਹਨੂੰ ਦੁਨੀਆ ਵਿਆਹ ਕਹਿੰਦੀ ਹੈ, ਜਿਹਨੂੰ ਦੁਨੀਆ ਮੈਰਿਜ ਵੀ ਕਹਿੰਦੀ ਹੈ, ਜਿਹਨੂੰ ਕੋਈ ਨਿਕਾਹ ਕਹਿੰਦਾ ਹੈ। ਗੁਰਮਤਿ ਦੀ ਸ਼ਬਦਾਵਲੀ ਵਿੱਚ ਉਹਨੂੰ ਆਨੰਦ ਕਾਰਜ ਕਿਹਾ ਜਾਂਦਾ ਹੈ। ਆਨੰਦ ਕਾਰਜ ਦਾ ਅਰਥ ਕਿ ਉਹ ਕਾਰਜ ਦੇ ਕਰਨ ਨਾਲ ਆਨੰਦ ਪੈਦਾ ਹੋਏ। ਹੁਣ ਜੇ ਆਨੰਦ ਕਾਰਜ ਤੋਂ ਬਾਅਦ ਮੇਰੀ ਜ਼ਿੰਦਗੀ 'ਚ ਆਨੰਦ ਪੈਦਾ ਨਹੀਂ ਹੋਇਆ, ਤੇ ਇਹ ਮੈਨੂੰ ਇਹ ਕੋਈ ਹੱਕ ਨਹੀਂ ਕਹਿਣ ਦਾ ਕਿ ਆਨੰਦ ਕਾਰਜੀ ਨਹੀਂ ਉਹਨੂੰ ਕਿਹਾ ਜਾਣਾ ਚਾਹੀਦਾ। ਉਹ ਮੈਨੂੰ ਨਹੀਂ ਜਾਚਦਾ, ਮੈਨੂੰ ਜ਼ਿੰਦਗੀ ਵਿੱਚ ਕੋਈ ਕੂਣਤਾਈ ਹੈ, ਕਮੀ ਹੈ, ਮੇਰੀ ਜ਼ਿੰਦਗੀ 'ਚ ਆਨੰਦ ਨਹੀਂ। ਤੇ ਇਹਦਾ ਇਹ ਮਤਲਬ ਨਹੀਂ ਕਿ ਆਨੰਦ ਕਾਰਜ ਸਾਡੇ ਬਜ਼ੁਰਗਾਂ ਨੇ ਠੀਕ ਨਾਮ ਨਹੀਂ ਰੱਖਿਆ। ਔਰ ਇਸ ਆਨੰਦ ਕਾਰਜ ਦੇ ਮੌਕੇ ਤੇ ਜੋ ਅਸੀਂ ਬਾਣੀ ਪੜ੍ਹਦੇ ਹਾਂ, ਉਹ ਬਾਣੀ ਸੂਹੀ ਰਾਗ ਵਿੱਚ ਅੰਕਿਤ ਹੈ। ਉਹ ਸੂਹੀ ਰਾਗ ਦੀ ਪਵਿੱਤਰ ਬਾਣੀ ਦਾ ਨਾਮ ਸਰਲੇਖ ਤੇ ਉੱਥੇ ਨਹੀਂ ਲਿਖਿਆ, ਪਰ ਅਸੀਂ ਨਾਮ ਲਿਖਿਆ ਲਾਵਾਂ ਵਾਲੀ ਬਾਣੀ, ਉਹਨੂੰ ਕਹਿ ਕੇ ਚੇਤੇ ਕਰਦੇ ਹਾਂ। ਇਹ ਲਾਵਾਂ ਵਾਲੀ ਬਾਣੀ ਤੋਂ ਪਹਿਲਾਂ ਇੱਕ ਛੰਤ ਹੈ ਗੁਰੂ ਰਾਮਦਾਸ ਜੀ ਮਹਾਰਾਜ ਦਾ, ਜਿੱਥੇ ਸਤਿਗੁਰੂ ਜੀ ਨੇ ਉਹਦੀ ਗੱਲ ਬੇਸ ਰੱਖਿਆ ਕਿ ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਸਾਡੀ ਜ਼ਿੰਦਗੀ ਦੇ ਆਨੰਦ ਕਾਰਜ ਦੀ ਨੀਂਹ ਇੱਥੇ ਟਿਕੀ ਹੋਈ ਹੈ। ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਸਤਿਗੁਰੂ ਜੀ ਕਹਿੰਦੇ ਹਿਰਦੇ ਵਿੱਚ ਸੱਚ ਹੋਏ। ਦੋਵੇਂ ਪਰਿਵਾਰ ਜਿਹੜੇ ਨੇ, ਜਦੋਂ ਕੁੜਮਾਚਾਰੀ ਬਣਨੀ ਹੈ, ਸੱਚ ਹੋਏ ਦੋਵਾਂ ਪਾਸਿਆਂ ਤੋਂ, ਪਾਰਦਰਸ਼ਕ ਗੱਲ ਹੋਏ, ਕੋਈ ਗੱਲ ਲੁਕਾਈ ਨਾ ਜਾਏ। ਹੁਣ ਅਸੀਂ ਕਹਿੰਦੇ ਕਿ ਸਾਡੀ ਜ਼ਿੰਦਗੀ 'ਚ ਆਨੰਦ ਕਾਰਜ ਤੋਂ ਬਾਅਦ ਆਨੰਦ ਕਿਉਂ ਨਹੀਂ ਬਣਦਾ। ਬਹੁਤਾਂਤ ਆਪਾਂ ਦੇਖਦੇ ਜਿਨ੍ਹਾਂ ਦੇ ਆਨੰਦ ਕਾਰਜ ਹੋਏ ਨੇ, ਜੇ ਉਹਨਾਂ ਨੂੰ ਪੁੱਛੀਏ ਆਨੰਦ ਬਣਿਆ, ਤੇ ਕਈ ਤੇ ਬੜੇ ਮਖੌਲ ਕਰਨਗੇ। ਵਿਆਹ ਦੇ ਪ੍ਰਥਾਏ ਬੜੇ ਵਿਅੰਗ ਜੇ ਬਣਾਏ ਹੋਏ ਨੇ ਅਸੀਂ। ਉਹ ਕਾਰਨ ਇਹਦੇ 'ਚ ਵਿਆਹ ਦਾ ਕਸੂਰ ਨਹੀਂ ਹੈ ਜਾਂ ਕਿਸੇ ਹੋਰ ਚੀਜ਼ ਦਾ ਕਸੂਰ ਨਹੀਂ ਹੈ, ਕਸੂਰ ਸਾਡੀ ਜ਼ਿੰਦਗੀ ਵਿੱਚ ਜਿਉਣ ਦੇ ਢੰਗ ਦਾ ਹੁੰਦਾ। ਸਤਿਗੁਰੂ ਜੀ ਨੇ ਸਾਨੂੰ ਉਹ ਆਚਾਰ ਵਿਹਾਰ ਦੱਸੇ। ਸਤਿਗੁਰੂ ਜੀ ਕਹਿੰਦੇ ਸਾਡੀ ਨੀਂਹ ਹੈ ਕੁੜਮਾਈ ਦੀ ਰਸਮ, ਜਿਹੜੀ ਜਿਹਨੂੰ ਮੰਗਣੀ ਆਪਾਂ ਕਹਿੰਦੇ ਆ। ਜੇ ਦੋਵੇਂ ਬੰਨਿਆਂ ਤੋਂ ਸਤ ਸੰਤੋਖ ਕਰ ਭਾਓ, ਸੱਚ ਹੋਵੇ ਦੋਵਾਂ ਪਾਸਿਆਂ ਤੋਂ ਦੱਸਿਆ ਜਾਏ। ਜਦੋਂ ਰਿਸ਼ਤੇਦਾਰੀ ਹੁੰਦੀ ਹੈ, ਕਿੱਡੀ ਵੱਡੀ ਗੱਲ ਹੈ। ਅਸੀਂ ਕਈ ਗੱਲਾਂ ਲੁਕਾ ਹੀ ਲੈਂਦੇ, ਰਿਸ਼ਤੇ ਕਰਨ ਲੱਗਿਆਂ ਦੱਬੀਆਂ ਰਹਿ ਜਾਂਦੀਆਂ ਨੇ। ਅਸੀਂ ਪੁਣਸਣ ਕਰਨ ਤੋਂ ਡਰਦੇ ਵੀ ਹਾਂ, ਦੱਸਿਆ ਵੀ ਨਹੀਂ ਜਾਂਦਾ, ਝੂਠ ਬੋਲਿਆ ਜਾਂਦਾ ਰਿਸ਼ਤੇਦਾਰੀਆਂ ਦੇ ਲਈ। ਪਹਿਲੀ ਗੱਲ ਸੱਤ, ਦੂਜੇ ਬੰਨੇ ਸੰਤੋਖ। ਸੰਤੋਖ ਹੋਏ, ਮਨ 'ਚ ਇਹ ਭਾਵਨਾ ਨਾ ਹੋਏ ਕਿ ਬੱਚੀ ਦਾ ਪੈਕੇਜ ਕਿੱਡਾ ਵੱਡਾ ਹੈ, ਦਾਜ ਵਿੱਚ ਕੀ ਮਿਲੇਗਾ। ਸੰਤੋਖ ਹੋਏ, ਬੱਚੀ ਦੇ ਗੁਣ ਦੇਖੇ ਜਾਣ। ਕਰ ਭਾਵ ਦਾ ਅਰਥ ਕਿ ਪਿਆਰ ਹੋਵੇ, ਦੋਵਾਂ ਪਾਸਿਆਂ ਤੋਂ ਸੱਚ ਹੋਏ, ਸੰਤੋਖ ਹੋਏ, ਤੇ ਪਿਆਰ ਦੇ ਨਾਲ ਜੇ ਰਿਸ਼ਤੇਦਾਰੀਆਂ ਬਣਨ
ਤੇ ਅਗਲੀ ਗੱਲ ਜਿਹੜੀ ਸਤਿਗੁਰੂ ਜੀ ਨੇ ਸਾਨੂੰ ਕਹੀ ਹੈ ਉਹ ਲਾਵਾਂ ਵਾਲੀ ਬਾਣੀ, ਜਿਹਨੂੰ ਆਪਾਂ ਕਹਿੰਦੇ ਸੂਹੀ ਰਾਗ ਦਾ ਜੋ ਛੰਤ ਹੈ। ਹਰ ਪਹਿਲੇ ਦੇ ਰਾਮ ਪ੍ਰਵਿਰਤੀ ਕਰਮ ਦਰੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ, ਧਰਮ ਦ੍ਰਿੜੋ ਹਰ ਨਾਮ ਤੇ ਆਓ, ਸਿਮਰਤ ਨਾਮ ਦਰੜਾਇਆ, ਸਤਿਗੁਰ ਗੁਰ ਪੂਰਾ ਰਾਧੋ ਸਭ ਕੇ ਲਿਖ ਪਾਪ ਗਵਾਇਆ, ਸਹਿਜ ਆਨੰਦ ਹੁਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹੇ ਨਾਨਕ ਕਲਾਮ ਪਹਿਲੀ ਆਰੰਭ ਕਾਜ ਰਚਾਇਆ। ਚਾਰ ਪੜਾਅ ਨੇ ਇਹਦੇ ਅੰਦਰ, ਇਵੇਂ ਕਹਿ ਲਓ ਕਿ ਇਹ ਚਾਰ ਗੁਣ ਨੇ ਇੱਥੇ ਦੱਸੇ ਹੋਏ। ਜ਼ਿੰਦਗੀ 'ਚ ਪਿਆਰ ਪਾਉਣ ਦਾ ਸਭ ਤੋਂ ਪਹਿਲਾ ਇੱਕ ਗੁਣ ਹੁੰਦਾ ਹੈ ਕਿ ਸਾਡਾ ਇੱਕ ਕਰੈਕਟਰ ਵਧੀਆ ਹੋਏ, ਸਾਡਾ ਵਿਹਾਰ ਵਧੀਆ ਹੋਏ। ਔਰ ਜਦੋਂ ਸਾਡਾ ਵਿਹਾਰ ਹੋਏਗਾ ਵਧੀਆ, ਅਸੀਂ ਜਿੱਥੇ ਸਾਂਝ ਪਾਉਣੀ ਉਹਨੂੰ ਵਾਰ-ਵਾਰ ਚੇਤੇ ਕਰਦੇ ਹਾਂ, ਵਾਰ-ਵਾਰ ਯਾਦ ਕਰਦੇ ਹਾਂ। ਵਿਹਾਰ ਤੋਂ ਬਾਅਦ ਮਨੁੱਖ ਦੇ ਅੰਦਰ ਇੱਕ ਪਿਆਰ ਹੁੰਦਾ ਹੈ, ਪਿਆਰ ਤੋਂ ਬਾਅਦ ਮਨੁੱਖ ਦੇ ਅੰਦਰ ਇੱਕ ਇਤਬਾਰ ਹੁੰਦਾ ਹੈ। ਜਿੱਥੇ ਵਿਹਾਰ ਵਧੀਆ ਹੋਏਗਾ ਉੱਥੇ ਹੀ ਇਤਬਾਰ ਤੇ ਉੱਥੇ ਹੀ ਪਿਆਰ ਹੋਵੇਗਾ। ਜੇ ਵਿਹਾਰ ਵਧੀਆ ਨਹੀਂ ਹੈ ਫਿਰ ਇਤਬਾਰ ਵੀ ਨਹੀਂ ਹੋਏਗਾ ਤੇ ਪਿਆਰ ਵੀ ਨਹੀਂ ਹੋਏਗਾ। ਇਸ ਕਰਕੇ ਸਤਿਗੁਰੂ ਜੀ ਨੇ ਸਭ ਤੋਂ ਪਹਿਲੀ ਜਿਹੜੀ ਗੱਲ ਕਹੀ ਹੈ ਉਹ ਇਹ ਹੈ ਕਿ ਹਰ ਮਨੁੱਖ ਨੂੰ ਪ੍ਰਵਿਰਤ ਮਾਰਗ 'ਚ ਰਹਿਣਾ ਚਾਹੀਦਾ ਹੈ। ਦੋ ਮਾਰਗ ਨੇ ਜ਼ਿੰਦਗੀ ਜਿਉਣ ਦੇ, ਇੱਕ ਹੈ ਨਿਵਰਤੀ ਮਾਰਗ, ਇੱਕ ਹੈ ਪ੍ਰਵਿਰਤੀ ਮਾਰਗ। ਨਿਵਰਤੀ ਉਹ ਮਾਰਗ ਜਿਹੜੇ ਲੋਕੀ ਕਹਿੰਦੇ ਘਰ ਘਾਟ ਛੱਡ ਕੇ ਜੰਗਲਾਂ 'ਚ, ਤੀਰਥਾਂ ਦੇ ਪਹਾੜਾਂ ਤੇ ਚਲੇ ਜਾਓ। ਸਤਿਗੁਰੂ ਜੀ ਕਹਿੰਦੇ ਨੇ ਹਰ ਪਹਿਲੜੀ ਲਾਮ, ਲਾਮ ਦਾ ਅਰਥ ਹੁੰਦਾ ਪ੍ਰਕਰਮ, ਲਾਮ ਦਾ ਅਰਥ ਹੁੰਦਾ ਜੋੜਨਾ। ਅਸੀਂ ਘਰਾਂ 'ਚ ਨਾ ਕਈ ਵਾਰੀ ਕੱਪੜੇ ਸੁੱਕਣੇ ਪਾਉਣੇ ਜਿਸ ਰੱਸੀ ਤੇ, ਉਹਨੂੰ ਵੀ ਲਾਮ ਕਹਿੰਦੇ ਨੇ। ਲਾਮ ਦਾ ਅਰਥ ਜੋੜਨਾ, ਇਧਰੋਂ ਉਧਰ ਜੋੜਨਾ। ਇੱਥੇ ਹੁਣ ਦੋ ਪਰਿਵਾਰਾਂ ਦਾ, ਇਵੇਂ ਕਹਿ ਲਓ ਦੋ ਜ਼ਿੰਦਗੀਆਂ ਦਾ ਮੇਲ ਹੋ ਰਿਹਾ ਹੈ, ਇੱਥੇ ਜੋੜ ਹੋ ਰਿਹਾ ਹੈ। ਇੱਕ ਲੜਕੀ ਲੜਕੇ ਨੇ ਆਪਣੀ ਜ਼ਿੰਦਗੀ ਨੂੰ ਗ੍ਰਸਥ ਮਾਰਗ ਨੂੰ ਸ਼ੁਰੂ ਕਰਨਾ ਹੈ ਔਰ ਇਹਨੂੰ ਨਾਮ ਦਿੱਤਾ ਲਾਮ ਦਾ ਅਰਥ ਹੈ ਜੋੜਨਾ। ਲਾਮ ਦਾ ਅਰਥ ਪ੍ਰਕਰਮਾਂ ਵੀ ਹੈ। ਪ੍ਰਕਰਮਾਂ ਅਸੀਂ ਕਦੋਂ ਕਰਦੇ ਹਾਂ? ਕਿਸੇ ਦੀਆਂ ਜਦੋਂ ਬਹੁਤ ਪ੍ਰਸੰਨ ਹੋਈਏ, ਕਿਸੇ ਤੋਂ ਕੁਰਬਾਨ ਜਾਣਾ ਹੋਏ। ਪ੍ਰਕਰਮਾਂ ਕੋ ਫਾਰਮੈਲਿਟੀ ਨਹੀਂ ਹੈ, ਇਹ ਗੱਲ ਵੱਖਰੀ ਹੈ ਕਿ ਸਾਨੂੰ ਪ੍ਰਕਰਮਾਂ ਦੇ ਭਾਵ ਦਾ ਨਾ ਪਤਾ ਹੋਏ ਤੇ ਅਸੀਂ ਗੇੜੀ ਜੀ ਦੇ ਕੇ ਆ ਜਾਈਏ, ਉਹ ਗੱਲ ਵੱਖਰੀ ਹੈ। ਕਈ ਵਾਰੀ ਕਹਿੰਦੇ ਨਾ ਵਿਆਹਾਂ ਤੇ, ਭਾਈ ਸਾਹਿਬ ਜਲਦੀ ਜਲਦੀ ਗੇੜੀਆਂ ਦੇ ਦਿਓ, ਸਾਡੇ ਕੋਲ ਟਾਈਮ ਹੀ ਨਹੀਂ। ਹੈਰਾਨੀ ਦੀ ਗੱਲ ਹੈ, ਬੱਚਾ ਸਾਡੇ ਘਰ ਜਨਮੇ, ਅਸੀਂ ਬੜੇ ਚਾਅ ਨਾਲ ਪਾਲਦੇ ਬੱਚੇ ਬੱਚੀਆਂ ਨੂੰ, ਫਿਰ ਆਪਾਂ ਕਹਿੰਦੇ ਕਿ ਜਦੋਂ ਜਵਾਨ ਹੋਣਗੇ ਇਹਨਾਂ ਦੇ ਰਿਸ਼ਤੇ ਕਰਾਂਗੇ, ਵਧੀਆ ਘਰਾਂ 'ਚ ਇਹਨਾਂ ਨੂੰ ਵਿਆਹਾਂਗੇ। ਇਹ ਰੀਝ ਜਦੋਂ ਬੱਚੇ ਜਨਮਦੇ ਨੇ ਉਦੋਂ ਪੈਦਾ ਹੋ ਜਾਂਦੀ ਮਾਤਾ ਪਿਤਾ ਦੇ ਮਨ ਅੰਦਰ। ਬੱਚੇ ਜਵਾਨ ਵੀ ਹੋ ਜਾਂਦੇ ਨੇ, ਬੱਚੇ ਮੰਗੇ ਵੀ ਜਾਂਦੇ ਨੇ। ਅਸੀਂ ਬਹੁਤ ਵੱਡੀ ਤਿਆਰੀ ਵੀ ਕਰਦੇ ਹਾਂ ਬੱਚਿਆਂ ਦੇ ਵਿਆਹਾਂ ਦੇ ਲਈ। ਕਿਤੇ ਮੈਰਿਜ ਪੈਲਸ, ਕਿਤੇ ਕੱਪੜਾ ਲੱਤਾ, ਸਾਰਾ ਸਾਰਾ ਦਿਨ ਬਾਜ਼ਾਰਾਂ 'ਚ ਹੀ ਲੱਗ ਜਾਂਦਾ ਸਾਡਾ। ਜਿਸ ਦਿਨ ਉਹ ਵਿਆਹ ਦਾ ਮੌਕਾ ਹੁੰਦਾ ਹੈ, ਕਾਰਜ ਦਾ ਮੌਕਾ ਹੁੰਦਾ ਹੈ, ਸਾਨੂੰ ਹੋਰਨਾਂ ਕੰਮਾਂ 'ਚੋਂ ਨੱਚਣ ਟੱਪਣ 'ਚੋਂ ਵੇਲ ਨਹੀਂ, ਰਿਸ਼ਤੇਦਾਰਾਂ ਨੂੰ ਮਨਾਉਣ 'ਚੋਂ ਵੇਲ ਨਹੀਂ, ਹੋ ਜਾਂਦੇ ਅਸੀਂ ਲੇਟ। ਤੇ ਅਸੀਂ ਗੁਰੂ ਦੀ ਹਜ਼ੂਰੀ ਜਾ ਕੇ ਜਿਸ ਕੰਮ ਨੂੰ 25 ਸਾਲਾਂ ਤੋਂ ਉਡੀਕ ਰਹੇ ਹੁੰਦੇ ਹਾਂ, ਫਿਰ ਪਤਾ ਕੀ ਕਹਿੰਦੇ, ਭਾਈ ਸਾਹਿਬ ਜਲਦੀ ਜਲਦੀ ਗੇੜੀਆਂ ਦੇ ਦਿਓ, ਸਾਡੇ ਕੋਲ ਕੋਈ ਟਾਈਮ ਹੀ ਨਹੀਂ ਹੈ। ਅਸੀਂ ਕਹਿੰਦੇ ਸਮਾਜ ਵਧੀਆ ਬਣਦੇ। ਹੁਣ ਅਸੀਂ ਬੈਂਡ ਵਧੀਆ ਚਾਹੁੰਦੇ ਹਾਂ, ਅਸੀਂ ਮੈਰਿਜ ਪੈਲਸ ਵਧੀਆ ਚਾਹੁੰਦੇ ਹਾਂ, ਅਸੀਂ ਕਹਿੰਦੇ ਖਾਣਾ ਪੀਣਾ ਬਹੁਤ ਵਧੀਆ ਹੋਣਾ ਚਾਹੀਦਾ, ਕੱਪੜੇ ਬਹੁਤ ਵਧੀਆ ਹੋਣੇ ਚਾਹੀਦੇ ਆ। ਲੇਕਿਨ ਜਿਹੜੀ ਗੱਲ ਵਧੀਆ ਹੋਣੀ ਚਾਹੀਦੀ ਉਹ ਤੇ ਕੀਤੀ ਨਹੀਂ ਅਸੀਂ। ਮੁੱਖ ਕਾਰਜ ਤਾਂ ਸਾਡਾ ਆਨੰਦ ਕਾਰਜ ਹੈ, ਮੈਰਿਜ ਪੈਲਸ ਕੋ ਮੁੱਖ ਕਾਰਜ ਨਹੀਂ ਹੈ, ਰੋਟੀ ਪਾਣੀ ਕੋ ਮੁੱਖ ਕਾਰਜ ਨਹੀਂ ਹੈ। ਇਹ ਕੰਮ ਕਾਹਦੇ ਲਈ ਸਨ? ਵਿਆਹ ਕਰਕੇ। ਹੁਣ ਜਿਸ ਕੰਮ ਲਈ ਇਹ ਕੰਮ ਨੇ ਉਹ ਵਿਆਹ ਤੇ ਦੱਬਿਆ ਗਿਆ ਉਹਨਾਂ ਕੰਮਾਂ ਦੇ ਅੰਦਰ, ਉਹਦੇ ਲਈ ਟਾਈਮ ਹੀ ਨਹੀਂ ਹੈ ਸਾਡੇ ਕੋਲ। ਫਿਰ ਆਪਾਂ ਕਹਿੰਦੇ ਜੀ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਸਤਿਗੁਰੂ ਜੀ ਨੇ ਪਹਿਲੀ ਗੱਲ ਕਹੀ ਹੈ ਕਿ ਪ੍ਰਵਿਰਤੀ 'ਚ ਰਹਿਣਾ ਹੈ। ਲਾਮ ਦਾ ਹਰ ਪਹਿਲੀ ਲਾਮ, ਇਸ ਪਵਿੱਤਰ ਰਚਨਾ ਦੇ ਅੰਦਰ ਸਤਿਗੁਰੂ ਜੀ ਨੇ ਜਿੱਥੇ ਜੀਵ ਆਤਮਾ ਦੇ ਪਰਮਾਤਮਾ ਨਾਲ ਮੇਲ ਦੀ ਜੁਗ ਦਰਸਾਈ ਹੈ। ਕਿਉਂਕਿ ਗੁਰਬਾਣੀ ਨੇ ਸਾਨੂੰ ਇਹ ਗ੍ਰਸਥ ਮਾਰਗ ਜਿਹੜਾ ਹੈ ਨਾ, ਇੱਕ ਪ੍ਰਯੋਗਸ਼ਾਲਾ ਹੈ, ਇੱਕ ਲੈਬਾਰਟਰੀ ਹੈ। ਜਿਹੜਾ ਗ੍ਰਸਥ ਮਾਰਗ ਦੇ ਅੰਦਰ ਪਤੀ ਪਤਨੀ ਦੇ ਦੌਰ ਤੇ ਇੱਕ ਜੋਤ ਹੋ ਗਿਆ, ਉਹ ਰੱਬ ਵਿੱਚ ਸਹਿਜ ਹੀ ਲਿਵਲੀਨ ਹੋ ਜਾਏਗਾ, ਉਹਨੂੰ ਕਿਤੇ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਹੈ। ਜਿਹੜਾ ਗ੍ਰਸਥ ਤੋਂ ਭੱਜ ਗਿਆ, ਭਾਵੇਂ ਜੰਗਲਾਂ ਤੇ ਛੱਡ ਕੇ ਧਰਤੀ ਪੁੱਟ ਕੇ ਬੈਠਾ ਰਹੇ, ਪਹਾੜਾਂ ਤੇ ਚੜ੍ਹਦੇ, ਕਦੀ ਰੱਬ 'ਚ ਲਿਵਲੀਨ ਨਹੀਂ ਹੋ ਸਕਦਾ। ਜਿਹੜਾ ਭੱਜ ਗਿਆ ਜ਼ਿੰਮੇਵਾਰੀਆਂ ਤੋਂ, ਜਿਹੜਾ ਇੱਕ ਪਰਿਵਾਰ ਨਹੀਂ ਚਲਾ ਸਕਦਾ, ਉਹ ਰੱਬ ਨੂੰ ਕਿ ਮਿਲ ਸਕੇਗਾ? ਇਹ ਬਿਲਕੁਲ ਗਲਤ ਕਥਾਵਾਂ ਨੇ ਕਿ ਘਰ ਤੋਂ ਭੱਜ ਕੇ ਉਹ ਜੀ ਰੱਬ ਨੂੰ ਮਿਲ ਗਿਆ। ਗੁਰਬਾਣੀ ਇਹ ਗੱਲ ਕਹਿੰਦੀ, ਪਹਿਲੀ ਗੱਲ ਪ੍ਰਵਿਰਤ ਵਿੱਚ ਆਓ। ਹਰ ਪਹਿਲੜੀ ਲਾਮ, ਪਰਮਾਤਮਾ ਨੂੰ ਮਿਲਣ ਦੇ ਲਈ ਜਿਹੜੀ ਪਹਿਲੀ ਲਾਮ ਹੈ, ਪਹਿਲਾ ਪੜਾਅ ਹੈ, ਉਹ ਇੱਥੋਂ ਸ਼ੁਰੂ ਹੋਣਾ ਕਿ ਪ੍ਰਵਿਰਤੀ ਕਰਮ, ਪ੍ਰਵਿਰਤੀ ਮਾਰਗ ਵਿੱਚ ਆਓ। ਜੇ ਪਰਮਾਤਮਾ ਨੂੰ ਵੀ ਮਿਲਣਾ ਹੈ, ਜੇ ਦੁਨਿਆਵੀ ਤੌਰ ਤੇ ਪਤੀ ਪਤਨੀ ਦੇ ਤੌਰ ਤੇ ਇੱਕ ਜੋਤ ਹੋਣਾ ਹੈ, ਕਿਉਂਕਿ ਗੁਰਮਤ ਨੇ ਪਤੀ ਪਤਨੀ ਸਰੀਰਾਂ ਦੇ ਮੇਲ ਨੂੰ ਨਹੀਂ ਕਿਹਾ। ਗੁਰੂ ਅਮਰਦਾਸ ਜੀ ਨੇ ਇੱਕ ਗੱਲ ਕਹੀ ਸੀ, ਧਨ ਪਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਇੱਕ ਜੋਤ ਦੋਏ ਮੂਰਤੀ ਧਨ ਪਰ ਕਹੀਏ ਸੋਏ। ਪਤੀ ਪਤਨੀ ਉਹ ਨਹੀਂ ਜਿਹੜੇ ਇਕੱਠੇ ਇੱਕ ਘਰ 'ਚ ਰਹਿੰਦੇ ਨੇ ਜਾਂ ਸਰੀਰਕ ਤੌਰ ਤੇ ਇਕੱਠੇ ਨੇ, ਉਹ ਨਹੀਂ।
एक जोत दोई मूर्ति। ਜਦੋਂ ਉਹਨਾਂ ਦੀ ਜੋਤ ਇੱਕ ਹੋ ਜਾਏ, ਦਿਲੀ ਪਿਆਰ ਇੱਕ ਬਣ ਜਾਏ, ਉਹਨੂੰ ਆਪਾਂ ਪਤੀ ਪਤਨੀ ਕਹਿੰਦੇ ਆ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਪਤੀ ਪਤਨੀ ਦੇ ਤੌਰ ਤੇ ਇੱਕ ਜੋਤ ਦੀ ਗੱਲ ਹੈ, ਭਾਵੇਂ ਜੀਵ ਆਤਮਾ ਤੇ ਪਰਮਾਤਮਾ ਦੇ ਤੌਰ ਤੇ ਇੱਕ ਜੋਤ ਹੋਣ ਦੀ ਗੱਲ ਹੈ, ਉਹਦਾ ਪਹਿਲਾ ਦੇਖੋ, ਜੇ ਆਪਾਂ ਪਤੀ ਪਤਨੀ ਦੇ ਤੌਰ ਤੇ ਪਿਆਰ ਵੀ ਬਣਾਉਣਾ ਤਾਂ ਵੀ ਸਾਨੂੰ ਗ੍ਰਸਤ ਚ ਆਉਣਾ ਪਵੇਗਾ, ਸਾਨੂੰ ਕਿਰਤ ਕਰਨੀ ਪਏਗੀ। ਤੇ ਗੁਰੂ ਸਾਹਿਬ ਜੀ ਕਹਿੰਦੇ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ। ਸਾਨੂੰ ਸਾਡੇ ਸਤਿਗੁਰੂ ਜੀ ਨੇ ਪ੍ਰਵਿਰਤੀ ਵਿੱਚ ਰਹਿਣ ਦਾ ਇੱਕ ਕਰਮ ਦ੍ਰਿੜ ਕਰਾਇਆ ਕਿ ਗ੍ਰਸਤ ਵਿੱਚ ਰਹਿਣਾ, ਪ੍ਰਵਿਰਤੀ ਚ ਰਹਿਣਾ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਸਭ ਪਾਵ ਤਜਾਇਆ। ਇਹਨਾਂ ਬੱਚਿਆਂ ਨੂੰ ਬਿਠਾ ਲਓ, ਕਿਉਂ ਡਿਸਟਰਬ ਕਰਦੇ ਨੇ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਸਭ ਪਾਵ ਤਜਾਇਆ ਬਲਰਾਮ ਜੀਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਸਾਡੇ ਲਈ ਬਾਣੀ ਜਿਹੜੀ ਹੈ ਨਾ ਗੁਰੂ ਕੀ, ਇਹੀ ਬ੍ਰਹਮਾ ਦੇ ਵੇਦ ਨੇ। ਸਾਨੂੰ ਹੋਰ ਕੋਈ ਵੇਦ ਪੜ੍ਹਨ ਦੀ ਲੋੜ ਨਹੀਂ ਹੈ, ਸਾਨੂੰ ਹੋਰ ਕੋਈ ਸਿਮਰਤੀਆਂ ਪੜ੍ਹਨ ਦੀ ਲੋੜ ਨਹੀਂ ਹੈ। ਜਿਨ੍ਹਾਂ ਸਿਮਰਤੀਆਂ 'ਚ ਇਹ ਕਿਹਾ ਜਾਏ ਕਿ ਇਹਦਾ ਵਿਆਹ ਇਹਦੇ ਨਾਲ ਇਸ ਦਿਨ ਨਹੀਂ ਹੋ ਸਕਦਾ, ਇਸ ਤਰੀਕ ਨੂੰ ਨਹੀਂ ਹੋ ਸਕਦਾ, ਪਤਾ ਨਹੀਂ ਕਿੰਨੇ ਕੋਈ ਭਰਮ ਖੜੇ ਕੀਤੇ, ਸਾਨੂੰ ਪੜ੍ਹਨ ਦੀ ਕੀ ਲੋੜ ਹੈ। ਚਾਰ ਮੌਕੇ ਮਨੁੱਖ ਦੀ ਜ਼ਿੰਦਗੀ 'ਚ ਆਉਂਦੇ ਨੇ। ਇੱਕ ਜਦੋਂ ਬੱਚੇ ਦਾ ਜਨਮ ਹੁੰਦਾ, ਇੱਕ ਜਦੋਂ ਉਹਦਾ ਆਨੰਦ ਕਾਰਜ ਜਿਹਨੂੰ ਆਪਾਂ ਵਿਆਹ ਸਮਾਗਮ ਕਹਿੰਦੇ ਹਾਂ, ਇੱਕ ਜਦੋਂ ਉਹ ਚੜ੍ਹਾਈ ਕਰਦਾ, ਤੇ ਜਾਂ ਇੱਕ ਕਾਰਜ ਆਉਂਦਾ ਹੈ ਜ਼ਿੰਦਗੀ ਦੇ ਅੰਦਰ ਜਿਹਨੂੰ ਆਪਾਂ ਨਾਮ ਸੰਸਕਾਰ ਕਹਿੰਦੇ, ਜਾਂ ਜਦੋਂ ਧਰਮ ਵਿੱਚ ਪ੍ਰਵੇਸ਼ ਕਰਦਾ। ਅਸੀਂ ਅੰਮ੍ਰਿਤ ਸੰਚਾਰ ਕਹਿੰਦੇ ਹਾਂ, ਹਿੰਦੂ ਵੀਰ ਆਪਣੇ ਹਿਸਾਬ ਨਾਲ ਕਹਿੰਦੇ ਹੋਣਗੇ। ਇਹਨਾਂ ਚੌਂ ਮੌਕਿਆਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਦੇਖੋ। ਜਨਮ ਦੇ ਮੌਕੇ ਤੇ ਵੀ ਧਾਰਮਿਕ ਲੋਕਾਂ ਨੇ ਬੜੇ ਭਰਮ ਖੜੇ ਕੀਤੇ। ਇਹ ਐਸ ਨਛੱਤਰ ਜਨਮੇ ਹੈ, ਐਸ ਗੰਢ ਮੂਲ ਜਨਮੇ ਹੈ, ਕਈ ਤਰ੍ਹਾਂ ਦੇ ਦਾਨ ਪੁੰਨ ਕਰੋ, ਜੇ ਕਰੋ ਵੋ ਕਰੋ, ਖਾਣ ਪੀਣ ਦੇ ਬੜੇ ਸੋਹਣੇ ਸਾਧਨ ਬਣਾਏ ਨੇ। ਸਾਨੂੰ ਸਾਡੇ ਸਤਿਗੁਰੂ ਜੀ ਨੇ ਤੋਂ ਮੁਕਤ ਕਰ ਦਿੱਤਾ। ਹੁਣ ਖਾਮ ਖਾ ਖਵਾਏ ਸਿੱਖ ਤੇ ਪੰਡਤਾਂ ਕੋ ਪੱਤਰੀਆਂ ਖੁਲਾਈ ਜੇ, ਉਹਦੀ ਮਰਜ਼ੀ ਹੈ। ਸਾਡਾ ਜੂੜਾ ਸਤਿਗੁਰੂ ਜੀ ਨੇ ਗਲੋਂ ਲਾਹ ਦਿੱਤਾ ਸੀ। ਇਹ ਸਤਿਗੁਰੂ ਜੀ ਨੇ ਕਿਹਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ। ਦੂਜਾ ਮੌਕਾ ਜਿਹਨੂੰ ਵਿਆਹ ਦਾ ਮੌਕਾ ਕਹਿੰਦੇ ਆ, ਉਦੋਂ ਬੜੇ ਭਰਮ ਖੜੇ ਕੀਤੇ ਜਾਂਦੇ ਨੇ। ਆਪਾਂ ਵੀ ਦੇਖਦੇ, ਸਾਡੇ ਲੋਕ ਸਾਏ ਕਢਾਉਂਦੇ ਨੇ, ਜੋਤਸ਼ੀਆਂ ਕੋ ਜਾਂਦੇ ਨੇ। ਕਿਹੜੇ ਦਿਨ ਜਾਈਏ? ਹੈਰਾਨੀ ਦੀ ਗੱਲ ਹੈ, ਜਦੋਂ ਅਸੀਂ ਜਨਮੇ ਉਦੋਂ ਵੀ ਜੋਤਸ਼ੀ ਕੋ ਗਏ ਸੀ ਆਪਾਂ ਕਿਤੇ ਕੋਈ, ਜਦੋਂ ਮਰਨਾ ਉਦੋਂ ਵੀ ਜੋਤਸ਼ੀ ਕੋ ਜਾ ਕੇ ਦਿਨ ਕਢਾਵਾਂਗੇ ਕਦੋਂ ਮਰਨਾ ਆਪਾਂ। ਦਿਨ ਪਰਮਾਤਮਾ ਦੇ ਬਣਾਏ ਨੇ, ਅਸੀਂ ਆਪਣੀ ਕਿਰਤ ਲੁਟਾਈ ਜਾਂਦੇ ਪਖੰਡੀਆਂ ਦੇ ਕੋਲ ਜਾ ਕੇ। ਸਾਨੂੰ ਸਾਡੇ ਸਤਿਗੁਰੂ ਜੀ ਨੇ ਇਸ ਗੱਲ ਤੋਂ ਵੀ ਮੁਕਤ ਕਰਤਾ ਕਿ ਸਾਡੇ ਲਈ ਜਿਹੜੀ ਬਾਣੀ ਹੈ ਨਾ, ਗੁਰੂ ਕੀ ਬਾਣੀ, ਇਹੀ ਬ੍ਰਹਮਾ ਦੇ ਵੇਦ ਨੇ, ਇਹੀ ਸਿਮਰਤੀਆਂ ਨੇ। ਸਾਨੂੰ ਕੋਈ ਸਿਮਰਤੀਆਂ ਵੇਦਾਂ ਮਗਰ ਜਾਣ ਦੀ ਲੋੜ ਨਹੀਂ ਹੈ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ। ਬਾਣੀ ਦਾ ਜੋ ਧਰਮ ਹੈ, ਮਨੁੱਖ ਦੀ ਜ਼ਿੰਦਗੀ ਦਾ ਜੋ ਧਰਮ ਹੈ, ਮਨੁੱਖ ਦੀ ਜ਼ਿੰਦਗੀ ਦਾ ਧਰਮ ਹੈ ਪਰਮਾਤਮਾ ਦੇ ਪਿਆਰ ਵਿੱਚ ਜੁੜੇ, ਪਰਮਾਤਮਾ ਨੂੰ ਚੇਤੇ ਕਰੇ। ਕਿਸੇ ਦੇਵਤੇ ਨੂੰ ਨਹੀਂ, ਕਿਸੇ ਦੇਵੀ ਨੂੰ ਨਹੀਂ, ਕਿਸੇ ਦਿਨ ਨੂੰ, ਕਿਸੇ ਤਿਉਹਾਰ ਨੂੰ, ਥਿਤ ਨੂੰ, ਨਛੱਤਰ ਨੂੰ, ਬਿਲਕੁਲ ਨਹੀਂ। ਕੇਵਲ ਪ੍ਰਮਾਤਮਾ ਦੇ ਪਿਆਰ ਜੋੜਨਾ ਸਰਬ ਧਰਮ ਹੈ, ਸ੍ਰੇਸ਼ਟ ਧਰਮ। ਸਤਿਗੁਰੂ ਜੀ ਕਹਿੰਦੇ ਬਾਣੀ ਬ੍ਰਹਮਾ ਵੇਦ ਧਰਮ ਜੋ ਸਭ ਪਾਪ ਤਜਾਇਆ ਬਲਰਾਮ ਜੀਓ। ਸਾਨੂੰ ਗੁਰੂ ਕੀ ਬਾਣੀ ਨੇ ਸਾਰੀ ਪਾਪਾਂ ਦੀ ਕਿਰਤ ਤੋਂ ਮੁਕਤ ਕਰ ਦਿੱਤਾ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਅਸੀਂ ਗੁਰੂ ਦੇ ਦੱਸੇ ਮਾਰਗ ਤੇ ਚੱਲਾਂਗੇ, ਹੋਏਗਾ ਕਿ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਸਤਿਗੁਰ ਗੁਰ ਪੂਰਾ ਅਰਾਧੋ। ਗੁਰੂ ਦੇ ਮਾਰਗ ਤੇ ਜਦੋਂ ਅਸੀਂ ਚੱਲਾਂਗੇ, ਫਿਰ ਸਾਡੇ ਅੰਦਰ ਸਹਿਜ ਹੋਏਗਾ, ਸਾਡੇ ਅੰਦਰ ਆਨੰਦ ਪੈਦਾ ਹੋਏਗਾ। ਬਸ ਗੁਰੂ ਦੀ ਬਾਣੀ ਮਗਰ ਚੱਲ ਕੇ, ਬਾਣੀ ਅਨੁਸਾਰ ਗ੍ਰਸਤ ਮਾਰਗ ਵਿੱਚ, ਪ੍ਰਵਿਰਤ ਮਾਰਗ ਵਿੱਚ ਰਹਿ ਕੇ ਪ੍ਰਮਾਤਮਾ ਦੇ ਪਿਆਰ 'ਚ ਜੁੜਨਾ। ਸਤਿਗੁਰੂ ਜੀ ਕਹਿੰਦੇ ਇਹ ਜ਼ਿੰਦਗੀ ਦੀ ਇੱਕ ਪਹਿਲੀ ਲਾਮ ਹੈ ਪਰਮਾਤਮਾ 'ਚ ਲਿਵਲੀਨ ਹੋਣ ਦੇ ਲਈ। ਜਿੱਥੋਂ ਤੱਕ ਕਿਉਂਕਿ ਅਸੀਂ ਸਮਾਜਿਕ ਤੌਰ ਤੇ ਵੀ ਇਹ ਪਵਿੱਤਰ ਬਾਣੀ ਪੜ੍ਹਦੇ ਹਾਂ ਗ੍ਰਸਤ ਵਿੱਚ ਪ੍ਰਵੇਸ਼ ਹੋਣ ਲਈ, ਉਹਦੇ ਲਈ ਇਹ ਕਿ ਗੁਰੂ ਕੀ ਬਾਣੀ ਅਨੁਸਾਰ ਚੱਲ ਕੇ ਜਦੋਂ ਆਪਣੀ ਜ਼ਿੰਦਗੀ 'ਚ ਅਸੀਂ ਇੱਕ ਦੂਜੇ ਲਈ ਪਿਆਰ ਪੈਦਾ ਕਰਾਂਗੇ, ਇਹ ਇੱਕ ਪਹਿਲੀ ਲਾਮ ਹੈ ਇੱਕ ਜੋਤ ਦੇ ਮੂਰਤੀ ਹੋਣ ਵਾਲੇ ਪਾਸੇ ਜਾਣ ਦੇ ਲਈ। ਇੱਕ ਦੂਜੇ ਲਈ ਪਿਆਰ ਪੈਦਾ ਕਰਨਾ, ਇੱਕ ਦੂਜੇ ਦੀ ਯਾਦ ਹਿਰਦੇ ਵਿੱਚ ਵਸ ਜਾਏ ਜਿਵੇਂ ਪ੍ਰਮਾਤਮਾ ਦੀ ਯਾਦ ਹੈ। ਵੈਸੇ ਵੀ ਗੁਰਬਾਣੀ ਨੇ ਗੱਲ ਕੀ, ਇਸ ਜਗ ਮੈਂ ਪੁਰਖ ਇੱਕ ਹੈ ਔਰ ਸਗਲੀ ਨਾਰ ਸੁਬਾਈ। ਇੱਕੋ ਪ੍ਰਮਾਤਮਾ ਹੀ ਸਾਡਾ ਪਤੀ ਹੈ, ਹੀ ਸਾਰੀਆਂ ਇਸਤਰੀਆਂ। ਔਰ ਗੁਰਬਾਣੀ ਦਾ ਉਪਦੇਸ਼ ਇਸਤਰੀ ਪੁਰਖ ਲਈ ਸਭ ਲਈ ਸਾਂਝਾ ਹੀ ਹੈ, ਕੋਈ ਵੱਖਰਾ ਨਹੀਂ ਹੈ। ਇੱਥੇ ਸਾਡੇ ਬਜ਼ੁਰਗਾਂ ਨੇ ਬਹੁਤ ਸੋਚ ਕੇ ਇਹ ਬਾਣੀ ਜਿਹੜੀ ਹੈ ਵਿਆਹ ਮੌਕੇ ਤੇ ਨਿਯਤ ਕੀਤੀ, ਆਨੰਦ ਕਾਰਜ ਦੇ ਮੌਕੇ ਤੇ ਨਿਯਤ ਕੀਤੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਕੀ ਹੋਏਗਾ? ਸਹਿਜ ਆਨੰਦ ਹੋਆ ਵਡ ਭਾਗੀ। ਸਾਡੇ ਅੰਦਰ ਸਹਿਜ ਦਾ ਅਰਥ ਹੈ ਆਤਮਿਕ ਅਡੋਲਤਾ ਪੈਦਾ ਹੋਵੇਗੀ, ਸਾਡੇ ਅੰਦਰ ਟਿਕਾਓ ਪੈਦਾ ਹੋਏਗਾ, ਜ਼ਿੰਦਗੀ ਦਾ ਬੈਲੈਂਸ ਬਣੇਗਾ, ਆਨੰਦ ਹੋਏਗਾ। ਬਸ ਇਹ ਜ਼ਿੰਦਗੀ ਦੀ ਪਹਿਲੀ ਲਾਮ ਹੈ। ਇਵੇਂ ਕਹਿ ਲਓ, ਜਦੋਂ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਉੱਥੇ ਸਤਿਗੁਰੂ ਜੀ ਨੇ ਧਰਮ ਖੰਡ ਦਾ ਜ਼ਿਕਰ ਕੀਤਾ। ਧਰਮ ਦਾ ਅਰਥ ਹੁੰਦਾ ਹੈ ਜ਼ਿੰਦਗੀ ਦਾ ਫਰਜ਼। ਪਤੀ ਪਤਨੀ ਨੂੰ ਆਪਣੀ ਜ਼ਿੰਦਗੀ ਦੇ ਫਰਜ਼ਾਂ ਦਾ ਪਤਾ ਲੱਗ ਜਾਏ ਨਾ, ਡਿਊਟੀ ਦਾ ਪਤਾ ਲੱਗ ਜਾਏ ਕਿ ਮੇਰੀ ਜ਼ਿੰਦਗੀ ਦੇ ਫਰਜ਼ ਕੀ ਨੇ, ਮੈਂ ਕਰਨਾ ਕੀ ਹੈ, ਪਤਨੀ ਦੇ ਕੀ ਫਰਜ਼ ਨੇ, ਪਤੀ ਦੇ ਕੀ ਫਰਜ਼ ਨੇ।
घर दे विच अपने आप प्यार बन जाएगा। जदों सानू अपनी ड्यूटी का, धर्म का, फर्ज का पता लगे। धर्म का अर्थ कोई चिट्टे कपड़े पाउण तो नहीं है। धर्म का अर्थ है फर्ज, ड्यूटी। मनुख होने के नाते मेरी की ड्यूटी है, पति होने के नाते मेरी की ड्यूटी है, पत्नी होने के नाते मेरी की ड्यूटी है, एक पिता पुत्र जां एक पिता होने के नाते मेरी की ड्यूटी है। इनू धर्म कहा जाता है। असी सोचा कि धर्म सिर्फ केवल पाठ करना ही है। पाठ ने तो सानू दसना है कि धर्म है की है। पाठ ने सानू धर्म का ज्ञान देना। सतगुरु जी कहते, सतगुरु जी की बाणी ने सानू जिंदगी की पहली लाम ये दसी कि अपने धर्म नू पहचानो, गुरबाणी राही परमात्मा दे प्यार जुड़ो, गुरबाणी राही एक दूजे के प्रति प्यार करो। ये एक पहली लाम है एक जोत दो मूर्ति होने दे लई। ते सतगुरु सच्चे पातशाह जी ने दूसरी लाम राही फिर बड़ा उपदेश दिता प्यारा। हर दूजी लाम सतगुरु पुरख मिलाया बलराम जियो, निर्मल होमे होए होमे मैल तजाया बलराम जियो, निर्मल पो पाया हर गुण गाया, हर वेखे राम हदूरे, आत्म राम पसारिया स्वामी सर्व रिया भरपूरे, अंतर बाहर हर पर्व एक मिल हर जन मंगल गाए, जन नानक दूजी लाम चलाई अनहद शब्द बजाए। सतगुरु जी कहते जदों जपजी साहिब पढ़ो तो अगे आउंदा ज्ञान खंड। ये चार लावां च भी उन्हां खंडां दा जिक्र। चार खंड ने, धर्म खंड, ज्ञान खंड, शर्म खंड, अगे कर्म खंड ते सचखंड इको ही पौड़ी विच ने। चार पौड़ियां ने उत्थे खंडां दीयां। सतगुरु जी इत्थे भी पहलां धर्म दा जिक्र करदे ने। हुण अगली गल है कि जिंदगी अंदर सतगुरु पुरख मिलाया बलराम जियो। वाहिगुरु जी ने बख्शिश की मैनू जिंदगी अंदर गुरु मिल पिया। धर्म तो होना चाहिए जिंदगी च, पर धर्म है कि ये भी तो पता होना चाहिए ना। धर्म की दुनिया च बहुत सारे लोग ने जिन्होंने धर्म का काम तो करते पर पता ही नहीं धर्म की है। देखो ना, पत्थरों मत्थे टेकना लोग धर्म समझी बैठे ने, कबरों मत्थे टेकना लोग धर्म समझी बैठे ने। हुण होए मनुख ते मत्थे पशुओं नूं टेको कहंदा ये धर्म ही है। देखो ना, होए मनुख इस धरती का राजा मत्थे पशुओं नूं टेके कहंदा जी मैं धर्म कर रहे हैं। कोई कहंदा पंछियों नूं दाने पाउणा ही धर्म है। सतगुरु जी ने कहा अकली साहिब सेवी अकली पाइए मान, अकली पढ़ के बूझे अकली कीचे दान। वो धर्म नूं कमाउण लई भी अकल चाहिए, ज्ञान चाहिए। धर्म तो रहना उत्थे जिथे ज्ञान होएगा। जहां ज्ञान तह धर्म है। जे ज्ञान ही नहीं तो धर्म कित्थों आएगा। पहली राम है धर्म नूं पहचानो ते ओ धर्म की सोझी मिलेगी गुरु पासों। हर दूजड़ी लाम सतगुर पुरख मिलाया बलराम जियो। सतगुरु जी कहते दूजी लाम यह है कि वाहिगुरु जी ने कृपा की जिंदगी च गुरु की शरण प्राप्त होगी। तो गुरु की शरण में आके हिरदे विचों हौमे पाप तजाया बलराम जियो, निर्मल भाव पाया हर गुण गाया। गुरु को आके अंदरों अहंकार मिटदा है। गुरु की वडियाई ये है कि गुरु हौमे तो मुक्त करदा है, गुरु अहंकार कटदा है। जब आप गुरु की बाणी पढ़ते हैं ना, सतगुरु जी का बचन है कि गुरु की वडियाई है विछड़िया मेले प्रभु हर दरगे का बछीड़। जिथे सतगुरु जी ने कहा ना हर नामो मंत्र दरड़ाएंदा कट्टे हौमे रोग। जो गुरु को आवांगे गुरु साडे अंदरों चो अहंकार मिटेगा, अज्ञानता मिटेगा। और जदों साडे अंदरों अहंकार मिटिया, अज्ञानता मिटी, साडे अंदर प्रकाश हो गया, हर वेखे राम हदूरे, फिर मनुख नूं सारे थावां ते परमात्मा नजर आएगा। कोई जंगलों च रब नूं नहीं लभण जाएगा, तीर्थां ते लभण नहीं जाएगा। जिधर देखेगा अंतर बाहर हर प्रवेक को, अंदर बाहर सारे थावां ते परमात्मा नजर आएगा। गुरु के ये पावन बचन गुरु के कीर्तनिया पासों आप जी श्रवण करे सी कि काहेरे वन खोजन जाई, सर्वनिवासी सदा लेपा तो ही संग समाई। ओह मह जो बाज बस्त है मुकर माई जैसे, छाई तैसे ही हर बसे निरंतर घाटी खोजो पाई। सतगुरु जी कहते जो गुरु को आओगे, गुरु को आके गुरु का ज्ञान प्राप्त करोगे, फिर अंतर बाहर पहली गल है कि साडे अंदरों मैल मिटेगी हंकार दी, साडे अंदर निर्मल भाव पैदा होएगा, परमात्मा का अदब पैदा होएगा। एक है दुनिया का डर, डांग वाले का डर, वड्डे का डर। ज्यादातर धर्म की दुनिया च आपां देखदे लोग डरदे मत्थे टेकी चले जाते हैं। वो जिहड़ा डर है वो सानू अंदरों मैलियां करदा है, सानू अंदरों कमजोर करदा है। एक है निर्मल भाव। निर्मल भाव का अर्थ हुंदा अदब सत्कार। परमात्मा के प्रति जो सत्कार उन्हें निर्मल भाव किया गया है। ज्यों ज्यों साडे अंदर परमात्मा का प्यार आवेगा त्यों तो असीं अंदरों निर्मल होवांगे, अंदरों पवित्र होवांगे। ते
ਜਿਉਂ-ਜਿਉਂ ਸਾਡੇ ਅੰਦਰ ਪ੍ਰਮਾਤਮਾ ਦਾ ਪਿਆਰ ਹੈਗਾ, ਅਸੀਂ ਪ੍ਰਮਾਤਮਾ ਦੇ ਗੁਣ ਗਾਵਾਂਗੇ। ਪ੍ਰਮਾਤਮਾ ਦੇ ਗੁਣ ਗਾਉਂਦੇ ਹਰ ਵੇਖੇ ਰਾਮ ਹਦੂਰੇ, ਸਾਰੇ ਥਾਵਾਂ ਤੇ ਸਾਨੂੰ ਪ੍ਰਮਾਤਮਾ ਸਰਵ ਵਿਆਪਕ ਨਜ਼ਰ ਆਏਗਾ। ਅੰਤਰ ਬਾਹਰ ਹਰ ਪਰਵ ਏਕੋ ਮਿਲ, ਹਰ ਜਨ ਮੰਗਲ ਗਾਏ। ਜਿੱਧਰ ਦੇਖਾਂਗੇ ਸਾਰੇ ਥਾਵਾਂ ਤੇ ਸਾਨੂੰ ਪ੍ਰਮਾਤਮਾ ਨਜ਼ਰ ਆਏਗਾ। ਸਤਿਗੁਰੂ ਜੀ ਕਹਿੰਦੇ ਇਹ ਜ਼ਿੰਦਗੀ ਦੀ ਇੱਕ ਦੂਸਰੀ ਲਾਮ ਹੈ ਪ੍ਰਮਾਤਮਾ ਵੱਲ ਜਾਣ ਦੇ ਲਈ, ਕਿ ਗੁਰੂ ਕੇ ਗਿਆਨ ਰਾਹੀਂ ਸਾਡੇ ਅੰਦਰ ਪ੍ਰਮਾਤਮਾ ਦਾ ਅਦਬ ਸਤਿਕਾਰ ਪੈਦਾ ਹੋਏ, ਪ੍ਰਮਾਤਮਾ ਦੇ ਗੁਣ ਗਾਈਏ, ਸਾਡੇ ਅੰਦਰੋਂ ਅਹੰਕਾਰ ਮਿਟੇ। ਜਦੋਂ ਸਾਡੇ ਅੰਦਰੋਂ ਅਹੰਕਾਰ ਮਿਟੇਗਾ, ਪ੍ਰਮਾਤਮਾ ਦੇ ਗੁਣ ਗਾਵਾਂਗੇ, ਫਿਰ ਸਾਡੇ ਅੰਦਰ ਸਹਿਜ ਆਨੰਦ ਪੈਦਾ ਹੋਏਗਾ, ਸਾਡੇ ਅੰਦਰ ਉਹ ਰੱਬੀ ਜੋਤ ਪ੍ਰਕਾਸ਼ ਹੋਏਗੀ। ਇਹ ਜ਼ਿੰਦਗੀ ਦੀ ਦੂਜੀ ਲਾਮ ਹੈ, ਜਿੱਥੇ ਅਧਿਆਤਮਕ ਪੱਖ ਤੋਂ ਪ੍ਰਮਾਤਮਾ 'ਚ ਲਿਵਲੀਨ ਹੋਣ ਦੇ ਲਈ ਇਹ ਦੂਸਰਾ ਪੜਾਅ ਹੈ। ਉੱਥੇ ਗ੍ਰਸਤ ਮਾਰਗ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਸਾਡੇ ਸਤਿਗੁਰੂ ਜੀ ਨੇ ਇੱਕ ਸਫਲ ਗ੍ਰਸਤੀ ਬਣਾਉਣ ਦੇ ਲਈ ਸਾਨੂੰ ਇਹ ਬਾਣੀ ਦਿੱਤੀ ਹੈ, ਜਿੱਥੇ ਸਾਡਾ ਇਹ ਵਿਹਾਰ ਇਹੋ ਜਿਹਾ ਜੀਵਨ ਹੋਏਗਾ ਕਿ ਇੱਕ ਦੂਜੇ ਲਈ ਪਿਆਰ ਹੋਏਗਾ। ਦੇਖੋ ਨਾ, ਜਦੋਂ ਪਤਨੀ ਦਾ ਜਾਂ ਪਤੀ ਦਾ ਇੱਕ ਦੂਜੇ ਨਾਲ ਪਿਆਰ ਹੋਏਗਾ ਨਾ, ਉਹ ਫਿਰ ਜਿਹੜੇ ਉਹਦੇ ਰਿਸ਼ਤੇਦਾਰ ਹੁੰਦੇ ਨਾ, ਉਹਨਾਂ ਨਾਲ ਵੀ ਓਨਾ ਹੀ ਉਹਨਾਂ ਦਾ ਪਿਆਰ ਹੁੰਦਾ, ਉਹਨਾਂ ਵਿੱਚੋਂ ਵੀ ਉਹਨੂੰ ਉਹੀ ਪਿਆਰ ਨਜ਼ਰ ਆਉਂਦਾ, ਭਾਵ ਕਿ ਸਮੁੱਚੇ ਪਰਿਵਾਰ ਦੇ ਜੀਆਂ ਨੂੰ ਪਿਆਰ ਕਰਦੇ ਨੇ। ਤਿਵੇਂ ਹੀ ਜਗਿਆਸੂ ਜਿਹੜਾ ਹੈ ਉਹ ਪ੍ਰਮਾਤਮਾ ਨੂੰ ਜਿੱਥੇ ਪਿਆਰ ਕਰਦਾ ਹੈ, ਉੱਥੇ ਸਾਰੀ ਦੁਨੀਆ 'ਚ ਉਹਨੂੰ ਪ੍ਰਮਾਤਮਾ ਨਜ਼ਰ ਆਉਂਦਾ ਹੈ, ਹਰ ਮਨੁੱਖ 'ਚ ਉਹਨੂੰ ਪ੍ਰਮਾਤਮਾ ਨਜ਼ਰ ਆਉਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਅਨਹਦ ਸ਼ਬਦ ਵਜਾਏ, ਮਨੁੱਖ ਦੇ ਅੰਦਰ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੇ ਅਨਹਦ ਨਾਦ ਵੱਜਦੇ ਨੇ। ਅਨਹਦ ਅਰਥ ਹੁੰਦਾ ਹੈ, ਇੱਕ ਤੇ ਉਹ ਨਾਦ ਹੁੰਦੇ ਜਿਹੜੇ ਵਜਾਏ ਜਾਂਦੇ, ਜਿਵੇਂ ਅਸੀਂ ਕਿਸੇ ਵੀ ਸਾਜ਼ ਨੂੰ ਵਜਾਉਂਦੇ ਹਾਂ, ਉੱਥੇ ਹੱਥ ਮਾਰਦੇ ਹਾਂ ਜਾਂ ਹਵਾ ਮਾਰਦੇ ਤਾਂ ਉਹ ਵੱਜਦਾ। ਲੇਕਿਨ ਅਨਹਦ ਅਰਥ ਹੁੰਦਾ ਜਿੱਥੇ ਵਜਾਉਣ ਦੀ ਲੋੜ ਨਾ ਪਏ। ਅਨਹਦ ਨਾਦ ਅਰਥ ਹੈ ਕਿ ਮਨੁੱਖ ਦੇ ਅੰਦਰ ਰੱਬ ਦੇ ਪਿਆਰ ਦੀ ਧੁਨ ਆਟੋਮੈਟਿਕਲੀ ਸ਼ੁਰੂ ਹੋ ਜਾਂਦੀ, ਅੰਦਰ ਯਾਦ ਬਣੀ ਰਹਿੰਦੀ ਹੈ, ਲਗਾਤਾਰ ਇੱਕ ਪ੍ਰਭੂ ਦਾ ਪਿਆਰ ਅੰਦਰ ਬਣਿਆ ਰਹਿੰਦਾ, ਉਹਦੇ ਲਈ ਕੋਈ ਉਚੇਚ ਨਹੀਂ ਕਰਨਾ ਪੈਂਦਾ, ਸਦਾ ਵਾਹਿਗੁਰੂ ਜੀ ਦੇ ਪਿਆਰ ਰਸ ਵਿੱਚ ਜੁੜਿਆ ਰਹਿੰਦਾ। ਸਤਿਗੁਰੂ ਜੀ ਨੇ ਤੀਸਰੇ ਥਾਂ ਤੇ ਤੀਜਾ ਪੜਾਅ ਦੱਸਿਆ, ਹਰ ਤੀਜੜੀ ਲਾਮ ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਓ, ਸੰਤ ਜਨਾ ਹਰ ਮੇਲ ਪਾਇਆ ਵਡ ਭਾਗੀਆ ਬਲਰਾਮ ਜੀਓ। ਬੈਰਾਗ ਤੇ ਚਾਓ ਦੋ ਚੀਜ਼ਾਂ ਸਤਿਗੁਰੂ ਜੀ ਨੇ ਵਰਣਨ ਕੀਤੀਆਂ ਨੇ। ਜ਼ਿੰਦਗੀ ਦੀ ਤੀਜੀ ਇਹ ਲਾਮ ਇਹ ਹੈ ਕਿ ਗੁਰੂ ਕੇ ਗਿਆਨ ਰਾਹੀਂ ਜਿਉਂ-ਜਿਉਂ ਮਨੁੱਖ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ, ਉਹਨੂੰ ਸਰਵ ਵਿਆਪਕ ਪ੍ਰਮਾਤਮਾ ਹਰ ਮਨੁੱਖ ਅੰਦਰ ਨਜ਼ਰ ਆਉਂਦਾ ਹੈ, ਗਿਆਨ ਹੋ ਜਾਂਦਾ ਹੈ, ਕਿਉਂ ਤਾਂ ਉਹਦੇ ਅੰਦਰ ਵੈਰਾਗ ਪੈਦਾ ਹੁੰਦਾ ਹੈ। ਇਹ ਉਹ ਵੈਰਾਗ ਨਹੀਂ ਕਿ ਘਰ ਛੱਡ ਕੇ ਜੰਗਲਾਂ 'ਚ ਬੈਠ ਜਾਓ ਜਾਂ ਕੰਨ ਪੜਵਾ ਕੇ ਮੰਗਣਾ ਸ਼ੁਰੂ ਕਰ ਦਿਓ, ਉਹ ਵੈਰਾਗ ਨਹੀਂ ਹੈ। ਇਹ ਵੈਰਾਗ ਦਾ ਅਰਥ ਹੁੰਦਾ ਹੈ ਜਿਵੇਂ ਕਮਲ ਪਾਣੀ 'ਚ ਰਹਿੰਦਾ ਪਰ ਪਾਣੀ ਤੋਂ ਉੱਚਾ ਰਹਿੰਦਾ, ਜਿਵੇਂ ਮਰਗਾਬੀ ਪਾਣੀ 'ਚ ਰਹਿੰਦੀ ਪਰ ਪਾਣੀ ਉਹਦੇ ਖੰਭਾਂ ਨੂੰ ਭਿਓ ਨਹੀਂ ਸਕਦਾ, ਤਿਵੇਂ ਰਹਿਣਾ ਗ੍ਰਸਤ ਵਿੱਚ, ਰਹਿਣਾ ਸੰਸਾਰ ਵਿੱਚ, ਕਿਰਤ ਵਿਰਤ ਕਰਨੀ ਹੈ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਗ੍ਰਸਤ ਵਿੱਚ ਰਹਿੰਦਿਆਂ ਹੀ ਮੋਹ ਮਾਇਆ ਮਮਤਾ ਤੋਂ ਉੱਚੇ ਉੱਠ ਕੇ ਪ੍ਰਮਾਤਮਾ ਦੇ ਪਿਆਰ ਜੁੜੇ ਰਹਿਣਾ, ਉਹ ਹਰ ਕੰਮ ਕਰਦਿਆਂ ਪ੍ਰਮਾਤਮਾ ਦੀ ਯਾਦ ਹਿਰਦੇ 'ਚ ਵਸ ਜਾਣੀ। ਸਤਿਗੁਰੂ ਜੀ ਕਹਿੰਦੇ ਨੇ, ਹਰ ਤੀਜੜੀ ਲਾਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਓ, ਸੰਤ ਜਨਾ ਹਰ ਮੇਲ ਪਾਇਆ ਵਡ ਭਾਗੀਆ ਬਲਰਾਮ ਜੀਓ। ਵੱਡੇ ਭਾਗਾਂ ਵਾਲੇ ਪ੍ਰਾਣੀਆਂ ਨੂੰ ਫਿਰ ਸਤ ਸੰਗਤ ਨਾਲ ਪਿਆਰ ਬਣ ਜਾਂਦਾ। ਜਦੋਂ ਗੁਰੂ ਕੀ ਬਾਣੀ ਹਿਰਦੇ 'ਚ ਵਸੀ, ਪ੍ਰਮਾਤਮਾ ਦਾ ਪਿਆਰ ਬਣਿਆ, ਫਿਰ ਸਤਿਗੁਰੂ ਜੀ ਕਹਿੰਦੇ ਨੇ ਸਤ ਸੰਗਤ ਨਾਲ ਪਿਆਰ ਬਣਦਾ, ਵੱਡੇ ਭਾਗਾਂ ਕਰਕੇ ਬਣਦਾ ਹੈ। ਸਤ ਸੰਗਤ ਮਿਲਦੀ ਵੱਡੇ ਭਾਗਾਂ ਵਾਲਿਆਂ ਨੂੰ ਹੈ। ਗੁਰਬਾਣੀ ਸਤਿਗੁਰੂ ਜੀ ਨੇ ਕਿਹਾ, ਵੱਡ ਭਾਗੀ ਹਰ ਸੰਗਤ ਪਾਵੇਂ, ਭਾਗਹੀਨ ਭ੍ਰਮ ਚੋਟਾਂ ਖਾਵੇਂ। ਗੁਰਮਤਿ ਨੇ ਪ੍ਰਮਾਤਮਾ ਨੂੰ ਮਿਲਣ ਦੇ ਲਈ ਸਾਨੂੰ ਇਕੱਲਿਆਂ ਨਹੀਂ ਕਿਹਾ ਕਿ ਜੰਗਲਾਂ 'ਚ ਬੈਠੋਗੇ ਤਾਂ ਰੱਬ ਮਿਲ ਜਾਏਗਾ। ਸਾਨੂੰ ਸਾਡੇ ਸਤਿਗੁਰੂ ਜੀ ਨੇ ਸੰਗਤ ਵਿੱਚ ਆਉਣ ਦੀ ਗੱਲ ਕਹੀ ਹੈ, ਸਮਾਜ ਵਿੱਚ ਰਹਿਣ ਦੀ ਗੱਲ ਕਹੀ ਹੈ, ਦੁਨੀਆ ਤੋਂ ਵੱਖਰੇ ਹੋਣ ਦੀ ਗੱਲ ਨਹੀਂ ਕਹੀ। ਸਤਿਗੁਰੂ ਜੀ ਕਹਿੰਦੇ, ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆ ਬਲਰਾਮ ਜੀਓ। ਸਤਿਗੁਰੂ ਜੀ ਕਹਿੰਦੇ ਫਿਰ ਹੁੰਦਾ ਕੀ ਹੈ, ਨਿਰਮਲ ਹਰ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ। ਜਦੋਂ ਹਰ ਪਾਈ ਗਾਈ ਅਨਹਦ ਬਾਣੀ, ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀ ਅਕਥ ਕਹਾਣੀ। ਹਿਰਦੇ ਹਰ 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 ਤੁਨ ਉਪਜੀ, ਮਨ ਉਪਜੇ ਮਸਤਕ ਭਾਗ ਜੀਓ। ਜਨ ਨਾਨਕ ਬੋਲੇ ਤੀਜੀ ਲਾਵੇਂ, ਉਪਜੇ ਮਨ ਬੈਰਾਗ ਜੀਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਸਤ ਸੰਗਤ ਰਾਹੀਂ ਫਿਰ ਮਨੁੱਖ ਸਦਾ ਪ੍ਰਮਾਤਮਾ ਦੀ ਸਿਲਸਿਲਾ ਵਿੱਚ ਜੁੜਦਾ ਹੈ, ਸਦਾ ਵਾਹਿਗੁਰੂ ਜੀ ਦੀ ਕੀਰਤੀ ਕਰਦਾ ਹੈ। ਫਿਰ ਮਨੁੱਖ ਦੇ ਅੰਦਰ ਵਾਹਿਗੁਰੂ ਜੀ ਦਾ ਵੈਰਾਗ ਚਾਉ ਪੈਦਾ ਹੁੰਦਾ ਹੈ, ਖਿੱਚ ਪੈਦਾ ਹੁੰਦੀ ਹੈ। ਫਿਰ ਮੱਥੇ ਦੇ ਭਾਗ ਜਾਗਦੇ ਨੇ, ਮਿਲਾਪ ਦੀ ਗੱਲ ਸ਼ੁਰੂ ਹੁੰਦੀ ਹੈ। ਮੈਂ ਬੇਨਤੀ ਕੀਤੀ ਸੀ, ਪਹਿਲੀ ਗੱਲ ਹੈ ਯਾਦ ਦੇ ਰਾਹੀਂ ਮਨੁੱਖ ਦਾ ਇੱਕ ਵਿਹਾਰ ਇਹੋ ਜਿਹਾ ਬਣੇ, ਮਨੁੱਖ ਦਾ ਇੱਕ ਕਿਰਦਾਰ ਇਹੋ ਜਿਹਾ ਬਣੇ
ਕਿ ਮਨੁੱਖ ਦੀ ਪਰਮਾਤਮਾ ਦੇ ਨਾਲ ਸਾਂਝ ਬਣ ਜੇ, ਪਿਆਰ ਬਣ ਜੇ, ਪਿਆਰ ਤੋਂ ਬਾਅਦ ਫਿਰ ਵੈਰਾਗ ਪੈਦਾ ਹੁੰਦਾ ਹੈ, ਵੈਰਾਗ ਤੋਂ ਬਾਅਦ ਮਿਲਾਪ ਦੀ ਗੱਲ ਹੁੰਦੀ ਹੈ। ਜਿੱਥੇ ਸਤਿਗੁਰੂ ਜੀ ਨੇ ਜਪਜੀ ਸਾਹਿਬ ਜੀ 'ਚ ਧਰਮਖੰਡ, ਗਿਆਨਖੰਡ ਤੇ ਸਰਮਖੰਡ ਦੀ ਗੱਲ ਕੀਤੀ। ਸਰਮਖੰਡ ਦਾ ਅਰਥ ਹੈ ਜਿੱਥੇ ਬੜੀ ਮਿਹਨਤ ਕਰਦਾ ਹੈ ਬੰਦਾ, ਬੜਾ ਯਤਨ ਕਰਦਾ ਹੈ। ਜਦੋਂ ਪ੍ਰਮਾਤਮਾ ਦਾ ਗਿਆਨ ਹੁੰਦਾ ਹੈ ਨਾ, ਫਿਰ ਉਸ ਪ੍ਰਮਾਤਮਾ ਨੂੰ ਮਿਲਣ ਦੇ ਲਈ ਬੜਾ ਯਤਨਸ਼ੀਲ ਹੋ ਜਾਂਦਾ ਹੈ, ਫਿਰ ਬੜਾ ਉਹ ਉਦਮ ਕਰਦਾ ਹੈ ਪ੍ਰਮਾਤਮਾ ਨੂੰ ਮਿਲਣ ਦੇ ਲਈ। ਇਵੇਂ ਤੀਸਰੀ ਲਾਮ ਸਤਿਗੁਰੂ ਜੀ ਕਹਿੰਦੇ ਨੇ, ਜਦੋਂ ਗੁਰੂ ਕਾ ਗਿਆਨ ਹਿਰਦੇ 'ਚ ਵਸਿਆ, ਫਿਰ ਮਨੁੱਖ ਦੇ ਅੰਦਰ ਇੱਕ ਚਾਓ, ਵੈਰਾਗ ਪੈਦਾ ਹੁੰਦਾ ਹੈ ਪ੍ਰਮਾਤਮਾ ਨੂੰ ਮਿਲਣ ਦੇ ਲਈ। ਦੇਖੋ ਬੱਚੀਆਂ, ਜਦੋਂ ਵਿਆਹ ਦਾ ਮੌਕਾ ਹੁੰਦਾ ਹੈ ਨਾ, ਇੱਕ ਤੇ ਅੰਦਰ ਚਾਅ ਹੁੰਦਾ ਹੈ ਸਹੁਰੇ ਘਰ 'ਚ ਜਾਣ ਦਾ, ਇੱਕ ਆਪਣੇ ਘਰ ਤੋਂ, ਪਰਿਵਾਰ ਤੋਂ, ਮਾਤਾ ਪਿਤਾ ਤੋਂ ਵਿਛੋੜਾ ਹੁੰਦਾ, ਇੱਕ ਵੈਰਾਗ ਵੀ ਹੁੰਦਾ। ਇਹ ਦੋ ਚੀਜ਼ਾਂ ਹੁੰਦੀਆਂ, ਚਾਓ ਤੇ ਵੈਰਾਗ। ਇੱਥੇ ਇਹ ਵੈਰਾਗ ਹੈ ਕਿ ਮਨੁੱਖ ਦੇ ਅੰਦਰ ਜਿੱਥੇ ਪ੍ਰਮਾਤਮਾ ਨੂੰ ਮਿਲਣ ਦਾ ਚਾਅ ਹੁੰਦਾ ਉੱਥੇ ਦੁਨੀਆ ਤੋਂ ਉੱਚਾ ਉੱਠਦਾ, ਇਹ ਵੈਰਾਗ ਪੈਦਾ ਹੁੰਦਾ ਉਹਦੇ ਅੰਦਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਚੌਥੀ ਲਾਮ ਦੇ ਅੰਦਰ, ਜਿਹਨੂੰ ਪੂਰਨਤਾ ਦੀ ਲਾਮ ਕਿਹਾ, ਜਿੱਥੇ ਮਿਲਾਪ ਦੀ ਗੱਲ ਕਹੀ ਹੈ, ਹਰ ਚੌਥੀ ਲਾਮ ਸਹਿਜ ਪਿਆਰ ਪਾਇਆ ਬਲਰਾਮ ਜੀਓ। ਸਤਿਗੁਰੂ ਜੀ ਕਹਿੰਦੇ ਚੌਥੀ ਲਾਮ ਦੇ ਵਿੱਚ ਮਨੁੱਖ ਦੀ ਉਸ ਪ੍ਰਮਾਤਮਾ ਦੇ ਨਾਲ ਸਾਂਝ ਬਣਦੀ ਹੈ, ਪ੍ਰਮਾਤਮਾ ਵਿੱਚ ਵਿਲੀਨ ਹੁੰਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਨੇ ਇਹ ਲਾਵਾਂ ਸੂਹੀ ਰਾਗ ਵਿੱਚ ਉਚਾਰਨ ਕੀਤੀਆਂ ਨੇ। ਲਾਵਾਂ ਲਫ਼ਜ਼ ਕਿਉਂਕਿ ਹਰ ਪੌੜੀ ਦੇ ਅੰਦਰ 2 ਵਾਰੀ ਆਇਆ, ਔਰ ਇਸ ਕਰਕੇ ਇਹਦਾ ਨਾਮ ਹੀ ਲਾਵਾਂ ਵਾਲੀ ਬਾਣੀ ਪੈ ਗਿਆ। ਵੈਸੇ ਸਰਲੇਖ ਉੱਥੇ ਲਾਵਾਂ ਨਹੀਂ ਹੈ। ਗੁਰੂ ਸਾਹਿਬ ਜੀ ਜਦੋਂ ਤੁਸੀਂ ਪੜ੍ਹੋਗੇ ਸੂਹੀ ਰਾਗ, ਉੱਥੇ ਵਿਆਹ ਵਾਲੇ ਸ਼ਬਦ ਬਹੁਤ ਜ਼ਿਆਦਾ ਅੰਕਿਤ ਨੇ, ਸੁਹਾਗਣਾਂ ਦਾ ਜ਼ਿਕਰ ਉੱਥੇ ਬਹੁਤ ਜ਼ਿਆਦਾ ਕੀਤਾ ਹੋਇਆ। ਇਵੇਂ ਕਹਿ ਲਓ ਕਿ ਸੂਹੀ ਰਾਗ ਹੈਗਾ ਹੀ ਵਿਆਹ ਦੇ ਨਾਲ ਬਹੁਤਾ ਰਿਲੇਟਡ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਚੌਥੀ ਲਾਮ ਇਹ ਹੈ ਉਸ ਪ੍ਰਮਾਤਮਾ ਦੇ ਮਿਲਾਪ ਦੀ, ਕਿ ਉੱਥੇ ਜਾ ਕੇ ਮਨੁੱਖ ਆਤਮਿਕ ਤੌਰ ਤੇ ਪ੍ਰਮਾਤਮਾ ਵਿੱਚ ਵਿਲੀਨ ਹੋ ਜਾਂਦਾ ਹੈ, ਪ੍ਰਮਾਤਮਾ 'ਚ ਅਭੇਦ ਹੋ ਜਾਂਦਾ ਹੈ। ਉਹਦੇ ਵਿੱਚ ਕੀ ਹੁੰਦਾ, ਤਨ ਹਿਰਦੇ ਨਾਮ ਵਿਗਾਸੀ। ਤਨ ਦਾ ਅਰਥ ਹੈ ਜੀਵ ਰੂਪੀ ਇਸਤਰੀ, ਜਿਹੜੀ ਉਹਦੇ ਅੰਦਰ ਇੱਕ ਚਾਓ, ਵੈਰਾਗ ਪੈਦਾ ਹੁੰਦਾ ਹੈ, ਵਿਗਾਸ ਪੈਦਾ ਹੁੰਦਾ ਹੈ। ਪਰ ਇਹ ਚੌਥੀ ਲਾਮ ਤੱਕ ਪਹੁੰਚਣ ਤੋਂ ਪਹਿਲਾਂ ਸਤਿਗੁਰੂ ਜੀ ਨੇ 3 ਲਾਵਾਂ ਦਾ ਜ਼ਿਕਰ ਕੀਤਾ ਹੈ। ਪਹਿਲੀ ਗੱਲ ਇਹ ਹੈ ਕਿ ਉਸ ਪ੍ਰਮਾਤਮਾ ਨੂੰ ਮਿਲਣ ਦਾ ਪਹਿਲੀ ਲਾਮ ਜਾਂ ਪਹਿਲਾ ਪੜਾਅ ਇਹ ਹੈ ਕਿ ਮਨੁੱਖ ਉਸ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ, ਗੁਰਬਾਣੀ ਦੇ ਰਾਹੀਂ ਉਸ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੇ। ਜਿਉਂ-ਜਿਉਂ ਪ੍ਰਮਾਤਮਾ ਦੇ ਪਿਆਰ ਜੁੜਾਂਗੇ, ਤਿਉਂ-ਤਿਉਂ ਸਾਡੇ ਅੰਦਰ ਚਾਓ ਪੈਦਾ ਹੋਏਗਾ, ਉਸ ਪ੍ਰਮਾਤਮਾ ਨੂੰ ਮਿਲਣ ਦੇ ਲਈ ਖਿੱਚ ਪੈਦਾ ਹੋਏਗੀ। ਫਿਰ ਅਸੀਂ ਯਤਨ ਕਰਾਂਗੇ, ਪ੍ਰਮਾਤਮਾ ਨੂੰ ਮਿਲਿਆ ਕਿਵੇਂ ਜਾ ਸਕਦਾ ਹੈ, ਉਹ ਰਸਤਾ ਸਾਨੂੰ ਗੁਰੂ ਦੱਸੇਗਾ। ਗੁਰੂ ਦੇ ਗਿਆਨ ਦੇ ਰਾਹੀਂ ਅੰਦਰ ਇੱਕ ਵੈਰਾਗ ਪੈਦਾ ਹੋਏਗਾ। ਵੈਰਾਗ ਤੋਂ ਬਾਅਦ ਹਰ ਚੌਥੀ ਲਾਮ ਹਰ ਪਾਇਆ ਬਲਰਾਮ ਜੀਓ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਚੌਥੀ ਲਾਮ ਦੇ ਵਿੱਚ ਜਾ ਕੇ ਉਸ ਪ੍ਰਮਾਤਮਾ 'ਚ ਲਿਵਲੀਨਤਾ ਹੋਏਗੀ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੀਵਨ ਇਤਿਹਾਸ ਜਦੋਂ ਅਸੀਂ ਪੜ੍ਹਦੇ ਹਾਂ, ਜਿੱਥੇ ਉਹ ਇੱਕ ਆਪ ਸਫਲ ਗ੍ਰਸਤੀ ਨੇ, ਉਹਨਾਂ ਨੇ ਆਪ ਆਪਣੇ ਜੀਵਨ ਦੇ ਅੰਦਰ ਗ੍ਰਸਤ ਵਿੱਚ ਰਹਿ ਕੇ ਉਸ ਪ੍ਰਮਾਤਮਾ 'ਚ ਲਿਵਲੀਨ ਹੋਣ ਦਾ ਆਨੰਦ ਮਾਣਿਆ, ਉਸ ਆਨੰਦ ਰਸ ਨੂੰ ਪੁੰਝਿਆ। ਉੱਥੇ ਸਾਨੂੰ ਵੀ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸੰਸਾਰ ਵਿੱਚ ਗ੍ਰਸਤ ਵਿੱਚ ਰਹਿ ਕੇ ਕਿਰਤਕਾਰ ਕਰਦਿਆਂ ਉਸ ਪ੍ਰਮਾਤਮਾ ਵਿੱਚ ਲਿਵਲੀਨ ਹੋਣ ਦਾ ਉਪਦੇਸ਼ ਦਿੱਤਾ ਹੈ। ਗੁਰਮਤਿ ਦਾ ਮਾਰਗ ਜਿਹੜਾ ਹੈ ਉਹ ਇਸ ਮਨੁੱਖੀ ਸਮਾਜ ਨੂੰ ਸਵਾਰਨ ਦਾ ਮਾਰਗ ਹੈ। ਇਹ ਸਮਾਜ ਬਣਦਾ ਹੈ ਮਨੁੱਖਾਂ ਦੇ ਨਾਲ, ਮਨੁੱਖ ਪੈਦਾ ਹੁੰਦੇ ਨੇ ਪਰਿਵਾਰਾਂ ਵਿੱਚ, ਘਰਾਂ ਦੇ ਵਿੱਚ। ਸਾਡਾ ਘਰ ਪਰਿਵਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਇਸ ਲਈ ਸਾਡੇ ਸਤਿਗੁਰੂ ਜੀ ਨੇ ਬਹੁਤ ਸਾਰੀ ਬਾਣੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਖਸ਼ਿਸ਼ ਕੀਤੀ ਹੈ। ਇਹ ਲਾਵਾਂ ਦੀ ਜੋ ਪਵਿੱਤਰ ਬਾਣੀ ਹੈ, ਜਿਸ ਦਾ ਜੋ ਆਤਮਿਕ ਭਾਵ ਜਿਹਨੂੰ ਆਪਾਂ ਸਮਝ ਲਈਏ, ਜਿੱਥੇ ਸਾਨੂੰ ਨਜ਼ਰ ਆਉਂਦਾ ਹੈ ਕਿ ਜੀਵ ਆਤਮਾ ਦੀ ਪਰਮਾਤਮਾ ਨਾਲ ਮਿਲਣ ਦਾ ਇੱਥੇ ਉਪਦੇਸ਼ ਹੈ, ਉੱਥੇ ਸਤਿਗੁਰੂ ਜੀ ਨੇ ਸਾਨੂੰ ਸਾਡੇ ਇਸ ਗ੍ਰਸਤ ਜੀਵਨ ਦੇ ਉੱਪਰ ਵੀ ਟਿਕਾਇਆ ਹੈ ਕਿ ਜੀਵ ਇਸਤਰੀ ਨੇ ਜਿੱਥੇ ਪਰਮਾਤਮਾ 'ਚ ਲਿਵਲੀਨ ਹੋਣਾ ਹੈ, ਉੱਥੇ ਸੰਸਾਰਿਕ ਤੌਰ ਤੇ ਇਸਤਰੀ ਤੇ ਪਤੀ ਦਾ ਦਿਲੀ ਪਿਆਰ ਕਿਵੇਂ ਬਣ ਸਕੇ, ਉਹ ਇੱਕ ਸੁਚੱਜੇ ਗ੍ਰਸਤੀ ਬਣ ਕੇ ਇਸ ਸਮਾਜ ਨੂੰ ਕਿਵੇਂ ਸਵਾਰ ਸਕਣ। ਧਰਮ ਦਾ ਸੰਬੰਧ ਹੀ ਸਮਾਜ ਦੇ ਨਾਲ ਹੈ, ਔਰ ਸਮਾਜ ਵਿੱਚੋਂ ਬੁਰਾਈਆਂ ਨੂੰ ਦੂਰ ਕਰਨਾ ਹੀ ਧਰਮ ਹੈ। ਆਪਾਂ ਜਦੋਂ ਗੁਰਬਾਣੀ ਪੜ੍ਹਦੇ ਹਾਂ ਨਾ, ਸਤਿਗੁਰੂ ਜੀ ਦਾ ਇੱਕ ਬਚਨ ਪੜ੍ਹਦੇ, ਜਾਹੇ ਤਹਾਂ ਤੈ ਧਰਮ ਚਲਾਏ, ਕੁਬੁੱਧ ਕਰਨ ਤੇ ਲੋਕ ਹਟਾਏ। ਲੋਕਾਂ ਨੂੰ ਕੁਬੁੱਧ ਤੋਂ ਵਰਜਣਾ ਧਰਮ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਜਿੰਨੀ ਬਾਣੀ ਦਿੱਤੀ ਹੈ, ਉਹ ਸਮਾਜ ਨੂੰ ਸਵਾਰਨ ਦੇ ਲਈ ਹੈ, ਉਹ ਸਮਾਜ ਨੂੰ ਵਧੀਆ ਬਣਾਉਣ ਦੇ ਲਈ ਹੈ। ਕਾਸ਼ ਅਸੀਂ ਇਸ ਪਵਿੱਤਰ ਬਾਣੀ ਨੂੰ ਗਹਿਰਾਈ ਤੱਕ ਜਾਣ ਸਕੀਏ, ਸਮਝ ਸਕੀਏ, ਤਾਂ ਕਿ ਸਾਡਾ ਸਮਾਜ, ਸਾਡੇ ਪਰਿਵਾਰ ਜਿਹੜੇ ਨੇ ਵਧੀਆ ਬਣ ਜਾਣ। ਅੱਜ ਆਪਾਂ ਜਿਸ ਦੌਰ 'ਚ ਵਿਚਰ ਰਹੇ ਹਾਂ, ਕਿਉਂਕਿ ਦੂਸਰੇ ਕਲਚਰ ਦਾ ਅਸਰ ਬੜੀ ਜਲਦੀ ਅਸੀਂ ਅਖਤਿਆਰ ਕਰਦੇ, ਉਹਦਾ ਕਾਰਨ ਇਹ ਹੈ ਨਾ,
ਅਸੀਂ ਆਪਣੀ ਜੋ ਸਾਨੂੰ ਦਾਤ ਸਾਡੇ ਸਤਿਗੁਰੂ ਜੀ ਨੇ ਦਿੱਤੀ ਹੈ, ਜਾਂ ਜੋ ਸਾਨੂੰ ਖਜ਼ਾਨਾ ਸਾਡੇ ਸਤਿਗੁਰੂ ਜੀ ਨੇ ਦਿੱਤਾ ਹੈ, ਉਹਦੀ ਮਹਾਨਤਾ ਨੂੰ ਅਸੀਂ ਜਾਣਦੇ ਨਹੀਂ ਹਾਂ। ਇਹੀ ਕਾਰਨ ਹੈ ਨਾ, ਸਾਡੇ ਗੁਰਮਤ ਕਲਚਰ ਅਨੁਸਾਰ ਵਿਆਹ ਜਿੱਥੇ ਹੋਣੇ ਚਾਹੀਦੇ ਨੇ, ਹੁੰਦੇ ਵੀ ਨੇ, ਲੇਕਿਨ ਉਹਨਾਂ ਸਮਿਆਂ ਤੇ ਅਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ ਜਿਹੜੀਆਂ ਸਾਡੇ ਕਲਚਰ ਦੀਆਂ ਹੁੰਦੀਆਂ ਨਹੀਂ ਹੈ। ਸਾਡਾ ਆਪਣਾ ਜਿਹੜਾ ਮੁੱਖ ਕਾਰਜ ਹੁੰਦਾ ਹੈ ਨਾ, ਉਹ ਬਹੁਤ ਸਾਰੀਆਂ ਰਸਮਾਂ ਦੇ ਅੰਦਰ ਦੱਬਿਆ ਹੀ ਰਹਿ ਜਾਂਦਾ ਹੈ, ਉਹਦਾ ਪਤਾ ਹੀ ਨਹੀਂ ਲੱਗਦਾ। ਖਾਸ ਕਰਕੇ ਵਿਆਹ ਦੇ ਮੌਕੇ ਤੇ ਆਪਾਂ ਦੇਖਦੇ ਹਾਂ ਗੁਰੂ ਦੀ ਹਜ਼ੂਰੀ 'ਚ ਕੁਝ ਕੁ ਪ੍ਰਾਣੀ ਜੁੜਦੇ ਨੇ, ਕੁਝ ਲੜਕੀ ਵਾਲੇ ਆ ਗਏ, ਕੁਝ ਲੜਕੇ ਵਾਲੇ ਆ ਗਏ, ਤੇ ਬਾਕੀਆਂ ਦੇ ਕੋਲ ਤੇ ਟਾਈਮ ਹੀ ਨਹੀਂ ਹੁੰਦਾ। ਉਹ ਸੋਚਦੇ ਕਿ ਇਹ ਜੋ ਕੰਮ ਹੈ ਨਾ, ਇਹ ਸਿਰਫ ਲੜਕੀ ਲੜਕੇ ਵਾਲਿਆਂ ਲਈ ਹੈ। ਅਸੀਂ ਇਸ ਆਪਣੇ ਪੰਜਾਬ 'ਚ ਰਹਿ ਕੇ ਬਹੁਤ ਪਛੜ ਗਏ ਹਾਂ। ਜਿਹੜੇ ਸਗੋਂ ਲੋਕ ਬਾਹਰ ਬੈਠੇ ਨੇ ਉਹ ਥੋੜ੍ਹੇ ਜਾਗਰੂਕ ਨੇ। ਵਿਆਹਾਂ ਦੇ ਮੌਕੇ ਤੇ ਉਹ ਕੀ ਕਰਦੇ ਨੇ, ਉਹ ਗੁਰੂ ਦੀ ਹਜ਼ੂਰੀ 'ਚ ਪਹਿਲਾਂ ਕਿੰਨਾ ਸਾਰਾ ਚਿਤ ਕੀਰਤਨ ਸੁਣਨਗੇ, 1 ਘੰਟੇ ਕੀਰਤਨ ਤੋਂ ਬਾਅਦ ਫਿਰ ਵਿਚਾਰ ਸੁਣਨਗੇ, ਉਦੋਂ ਬਾਅਦ ਬੈਠ ਕੇ ਸਾਂਝਾ ਲੰਗਰ ਛਕਣਗੇ। ਇੱਦਾਂ ਉਹ ਵਿਆਹ ਕਰਦੇ ਨੇ ਬਾਹਰ ਬੈਠੇ ਜਿਹੜੇ ਸਾਡੇ ਲੋਕ ਨੇ, ਸਾਡੇ ਭਾਈਚਾਰੇ ਦੇ। ਪਰ ਅਸੀਂ ਪੰਜਾਬ ਦੀ ਧਰਤੀ ਤੇ ਰਹਿ ਕੇ ਕਹਿੰਦੇ ਜੇ ਇੱਦਾਂ ਵਿਆਹ ਕਰ ਲਿਆ ਦੁਨੀਆ ਕੀ ਕਹੇਗੀ ਵਿਆਹ ਕੀਤਾ ਕੋਈ। ਇਸ ਕਰਕੇ ਜੇ ਵਿਆਹ ਤੇ ਅਸੀਂ ਕੋਈ ਬਹੁਤ ਅਡੰਬਰ ਨਾ ਕੀਤਾ ਤੇ ਵਿਆਹ ਹੀ ਨਹੀਂ ਗਿਣਿਆ ਜਾਂਦਾ। ਅਸਲ ਜੋ ਵਿਆਹ ਦਾ ਮੌਕਾ, ਜਿਹਨੂੰ ਆਪਾਂ ਆਨੰਦ ਕਾਰਜ ਕਹਿੰਦੇ ਹਾਂ, ਜੋ ਮਰਜ਼ਾਦਾ ਹੈ, ਉਹ ਹੈ ਗੁਰੂ ਦੀ ਹਜ਼ੂਰੀ 'ਚ ਆ ਕੇ ਗੁਰਬਾਣੀ ਦਾ ਕੀਰਤਨ ਸੁਣਨਾ, ਔਰ ਗੁਰੂ ਸਾਹਿਬ ਜੀ ਦਾ ਜੋ ਉਪਦੇਸ਼ ਇਹਨਾਂ 4 ਲਾਵਾਂ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਆ, ਉਹਨੂੰ ਆਪ ਵੀ ਵਿਚਾਰਨਾ, ਬੱਚਿਆਂ ਨੂੰ ਵੀ ਸੁਣਾਉਣਾ। ਦੇਖੋ ਨਾ, ਜ਼ਿਆਦਾਤਰ ਕੀ ਹੁੰਦਾ ਹੈ, ਉਸ ਵੇਲੇ ਬਜਾਏ ਇਹਦੇ ਕਿ ਕੁਝ ਸਮਝਾਇਆ ਜਾਏ, ਇੱਕ ਸਾਡੇ ਮਨਾਂ 'ਚ ਇੱਕ ਬੜਾ ਭੁਲੇਖਾ ਹੁੰਦਾ ਹੈ ਕਿ ਸਾਡੇ ਬੱਚੇ ਜੀ ਬਹੁਤ ਪੜ੍ਹੇ ਲਿਖੇ, ਇਹਨਾਂ ਨੂੰ ਕੁਝ ਦੱਸਣ ਦੀ ਲੋੜ ਨਹੀਂ ਹੈ। ਇਹੀ ਹੈ ਨਾ, ਕੋਈ ਡਾਕਟਰ ਹੁੰਦਾ ਹੈ, ਕੋਈ ਇੰਜੀਨੀਅਰ ਹੁੰਦਾ ਹੈ, ਬੜੀ ਵਧੀਆ ਗੱਲ ਹੈ। ਸਾਡੇ ਬੱਚੇ ਬਹੁਤ ਪੜ੍ਹੇ ਲਿਖੇ ਨੇ, ਇਹਨਾਂ ਨੂੰ ਕੁਝ ਦੱਸਣ ਦੀ ਲੋੜ ਨਹੀਂ ਹੈ। ਹੈਰਾਨੀ ਤੇ ਉਦੋਂ ਹੁੰਦੀ ਹੈ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਬਹਿਣਾ ਨਹੀਂ ਆਉਂਦਾ ਗੁਰੂ ਦੇ ਕੋਲ, ਕਿ ਬਹਿਣਾ ਕਿਵੇਂ ਤੇ ਪਰਿਕਰਮਾ ਕਿਦੋਂ ਉਹ ਫੜ ਕੇ ਤੋਰਨਾ ਪੈਂਦਾ। ਪੜ੍ਹੇ ਲਿਖੇ ਹੋਣ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਜ਼ਿੰਦਗੀ ਦਾ ਗਿਆਨ ਹੋਏ। ਦੁਨਿਆਵੀ ਯੂਨੀਵਰਸਿਟੀਆਂ, ਦੁਨਿਆਵੀ ਕਾਲਜਾਂ ਦੀਆਂ ਪੜ੍ਹਾਈਆਂ ਸਾਨੂੰ ਸੰਸਾਰ 'ਚ ਪੈਸੇ ਕਮਾਉਣ ਦੀ ਜਾਂਚ ਦੱਸ ਸਕਦੀਆਂ ਨੇ, ਦੁਨੀਆ 'ਚ ਵਿਚਰਨ ਦੀ ਜਾਂਚ ਦੱਸ ਸਕਦੀਆਂ ਨੇ, ਲੇਕਿਨ ਜ਼ਿੰਦਗੀ ਦਾ ਆਨੰਦ ਕਿਵੇਂ ਮੰਨਣਾ ਹੈ, ਜਾਂ ਜ਼ਿੰਦਗੀ ਨੂੰ ਰਸਮਈ, ਜਾਂ ਆਪਣੇ ਗ੍ਰਸਥ ਜੀਵਨ ਨੂੰ ਅਸੀਂ ਸੁਹੇਲਾ ਕਿਵੇਂ ਬਣਾਉਣਾ ਹੈ, ਇਹ ਕੋਈ ਦੁਨਿਆਵੀ ਕਾਲਜਾਂ ਨੇ ਨਹੀਂ ਦੱਸਣਾ। ਇਹ ਤਾਂ ਸਾਨੂੰ ਗੁਰੂ ਕੀ ਬਾਣੀ 'ਚੋਂ ਗਿਆਨ ਮਿਲੇਗਾ, ਇਹ ਤਾਂ ਸਾਨੂੰ ਆਪਣੇ ਧਰਮ ਦੇ ਵਿੱਚੋਂ ਇਹ ਸੋਝੀ ਮਿਲੇਗੀ। ਇਸ ਕਰਕੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਪਾਵਨ ਪਵਿੱਤਰ ਪ੍ਰਗਾਸ ਪੁਰਬ ਆ ਰਿਹਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਦੇ ਇਹ ਬਚਨ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਇੱਕ ਤੁਸ਼ ਜਿਹਾ ਯਤਨ ਕੀਤਾ ਹੈ ਕਿ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਜਿਹੜੀ ਸਾਨੂੰ ਦਾਤ ਦਿੱਤੀ ਨਾ ਲਾਵਾਂ ਦੇ ਰੂਪ 'ਚ ਪਵਿੱਤਰ ਬਾਣੀ, ਇਹ ਬੜੀ ਮਹਾਨ ਬਾਣੀ ਹੈ। ਇਹ ਗ੍ਰਸਥ ਮਾਰਗ ਦੀ ਨੀਂਹ ਹੈ, ਇਹਨੂੰ ਵਿਚਾਰਨਾ ਚਾਹੀਦਾ ਹੈ, ਔਰ ਬੱਚਿਆਂ ਨੂੰ ਵੀ ਉਹਦੀ ਚੰਗੀ ਤਰ੍ਹਾਂ ਵਿਚਾਰ ਵਿਆਹ ਦੇ ਮੌਕੇ ਤੇ ਸਮਝਾਉਣੀ ਚਾਹੀਦੀ ਹੈ। ਔਰ ਜ਼ਿੰਦਗੀ ਦਾ ਮਕਸਦ ਕੀ ਹੈ, ਔਰ ਸਿਆਣੇ ਤੇ ਇਹ ਗੱਲ ਕਹਿੰਦੇ ਕੋਈ ਡਾਕਟਰ ਹੋ ਸਕਦਾ ਹੈ, ਕੋਈ ਇੰਜੀਨੀਅਰ ਹੋ ਸਕਦਾ ਹੈ, ਪਰ ਕਿਸੇ ਮਨੁੱਖ ਦੀ ਕਾਮਯਾਬੀ ਇਸ ਗੱਲ ਤੇ ਟਿਕੀ ਹੈ ਕਿ ਉਹ ਇੱਕ ਸਫਲ ਗ੍ਰਸਤੀ ਕਿੰਨਾ ਕੁ ਹੈ, ਉਹ ਗ੍ਰਸਤ ਵਿੱਚ ਕਿੰਨਾ ਕੁ ਕਾਮਯਾਬ ਹੈ। ਜੋ ਗ੍ਰਸਤ ਵਿੱਚ ਕਾਮਯਾਬ ਨਹੀਂ ਤੇ ਉਹ ਮਹਾਨ ਨਹੀਂ ਗਿਣਿਆ ਜਾਏਗਾ, ਭਾਵੇਂ ਉਹ ਡਾਕਟਰ ਵੀ ਹੋਏ, ਇੰਜੀਨੀਅਰ, ਜੋ ਕੁਝ ਵੀ ਹੋਏ, ਉਹ ਗੱਲ ਵੱਖਰੀ ਹੈ। ਲੇਕਿਨ ਉਹ ਸਮਾਜਿਕ ਤੌਰ ਤੇ ਆਪਣੇ ਘਰ ਪਰਿਵਾਰ ਵਿੱਚ ਕਿੰਨਾ ਕੁ ਕਾਮਯਾਬ ਹੈ, ਇੱਥੋਂ ਉਹਦੀ ਕਾਮਯਾਬੀ ਜ਼ਿੰਦਗੀ ਦੀ ਗਿਣੀ ਜਾਏਗੀ। ਤੇ ਉਹ ਕਾਮਯਾਬੀ ਜੇ ਅਸੀਂ ਪ੍ਰਾਪਤ ਕਰਨੀ ਹੈ, ਉਹਦੇ ਲਈ ਜ਼ਰੂਰੀ ਹੈ ਕਿ ਗੁਰੂ ਕੀ ਬਾਣੀ ਨੂੰ ਅਸੀਂ ਪੜ੍ਹੀਏ, ਵਿਚਾਰੀਏ। ਸਾਡੇ ਸਤਿਗੁਰੂ ਜੀ ਨੇ ਜੋ ਉਪਦੇਸ਼ ਦਿੱਤਾ ਹੈ, ਸਿਰਫ ਪੜ੍ਹਨ ਲਈ ਨਹੀਂ ਹੈ, ਇਹ ਜੀਵਨ 'ਚ ਕਮਾਉਣ ਲਈ ਹੈ। ਜੇ ਅਸੀਂ ਇਹਨੂੰ ਸਮਝ ਕੇ ਆਪਣੀ ਜ਼ਿੰਦਗੀ ਅੰਦਰ ਆਪਣੇ ਸਮਾਜ 'ਚ ਵਰਤਣਾ ਸ਼ੁਰੂ ਕਰ ਦਈਏ ਤੇ ਫਿਰ ਸਾਡਾ ਸਮਾਜ ਬਹੁਤ ਵਧੀਆ ਬਣ ਸਕਦਾ ਹੈ, ਸੁਧਰ ਸਕਦਾ ਹੈ। ਹੁਣ ਜਿਵੇਂ ਅਸੀਂ ਬਾਹਰਲੇ ਹੋਰ ਸਾਰੀਆਂ ਗੱਲਾਂ ਅਖਤਿਆਰ ਕਰੀ ਜਾਂਦੇ ਹਾਂ, ਸਾਡੇ ਸਮਾਜ 'ਤੇ ਅਸਰ ਪੈ ਰਿਹਾ ਪੱਛਮੀ ਕਲਚਰ ਦਾ। ਤਲਾਕ ਦੀ ਗੱਲ ਸਾਡੇ ਸਮਾਜ ਵਿੱਚ ਨਹੀਂ ਸੀ, ਇਹ ਝਗੜੇ ਝਮੇਲੇ ਸਾਡੇ ਸਮਾਜ 'ਚ ਨਹੀਂ ਹੋਣੇ ਚਾਹੀਦੇ ਸਨ। ਪਰਿਵਾਰਕ ਜਿਹਨੂੰ ਕਹਿੰਦੇ ਆ ਡੋਮੈਸਟਿਕ ਵਾਇਲੈਂਸ ਸਾਡੇ ਘਰਾਂ 'ਚ ਨਹੀਂ ਸੀ ਹੋਣੀ ਚਾਹੀਦੀ, ਗੁਰੂ ਕੇ ਸਿੱਖਾਂ ਦੇ ਪਰਿਵਾਰਾਂ 'ਚ ਪਰ ਹੈ। ਇਹਦਾ ਕਾਰਨ ਇਹ ਹੈ ਕਿ ਅਸੀਂ ਹੋਰ ਗੱਲਾਂ ਉਸ ਕਲਚਰ ਦੀਆਂ ਕਰਦੇ ਕਰਦੇ ਇਹ ਗੱਲਾਂ ਵੀ ਆਪਣੇ ਘਰਾਂ 'ਚ ਲੈ ਆਏ। ਆਓ ਗੁਰੂ ਰਾਮਦਾਸ ਜੀ ਦਾ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਆ ਰਿਹਾ ਹੈ, ਉਹਨਾਂ ਦੀ ਇਹ ਬੜੀ ਮਿੱਠੀ, ਬੜੀ ਪਿਆਰੀ, ਬੜੀ ਗਿਆਨ ਭਰਪੂਰ ਪਵਿੱਤਰ ਜਿਹੜੀ ਬਾਣੀ ਆਓ ਸੂਹੀ ਰਾਗ ਵਿੱਚ ਲਾਵਾਂ ਦੇ ਰੂਪ ਵਿੱਚ ਅੰਕਿਤ ਹੈ, ਉਹਨੂੰ ਆਪਾਂ ਜ਼ਰੂਰ ਵਿਚਾਰਿਆ ਕਰੀਏ। ਤੇ ਉਹਨਾਂ ਤੋਂ ਪਹਿਲਾਂ ਜਿਹੜਾ ਬਚਨ ਸਤਿਗੁਰੂ ਜੀ ਨੇ ਕਿਹਾ, ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਦੋਵਾਂ ਪਾਸਿਆਂ ਤੋਂ ਸੱਚ ਹੋਵੇ, ਸੰਤੋਖ ਹੋਏ, ਭਾਓ ਹੋਏ, ਉਦੋਂ ਬਾਅਦ ਜਿਹੜੇ ਰਿਸ਼ਤੇ ਹੁੰਦੇ ਨੇ ਉਹ ਜ਼ਰੂਰ ਸਾਨੂੰ ਆਨੰਦ ਕਾਰਜ ਤੱਕ ਲੈ ਜਾਣਗੇ, ਜ਼ਿੰਦਗੀ ਦੇ ਆਨੰਦ ਨੂੰ, ਸੋ ਜ਼ਿੰਦਗੀ 'ਚ ਆਨੰਦ ਪੈਦਾ ਕਰ ਦੇਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਅਸੀਂ ਗੁਰਬਾਣੀ ਨੂੰ ਸਮਝਣ ਵਿਚਾਰਨ ਵਾਲੇ ਪਾਸੇ ਜ਼ਰੂਰ ਆਈਏ, ਤਾਂ ਕਿ ਸਾਡੇ ਪਰਿਵਾਰ ਵਧੀਆ ਪਰਿਵਾਰ ਬਣਨ,
ਸਾਡਾ ਸਮਾਜ ਵਧੀਆ ਸਮਾਜ ਹੋਏ। ਔਰ ਇਹ ਗੱਲ ਦੁਨੀਆ ਦੇ ਵਿਆਹ ਦੀ ਜਿਹੜੀ ਮਰਜ਼ਾਦਾ ਹੈ ਜਾਂ ਜਿਹਨੂੰ ਆਪਾਂ ਸੰਸਥਾ ਕਹਿੰਦੇ ਆ, ਇਹ ਸਾਰੀ ਦੁਨੀਆ 'ਚ ਪ੍ਰਮਾਣਿਤ ਹੈ। ਔਰ ਦੂਸਰੇ ਜਿਹਨੂੰ ਆਪਾਂ ਕਹਿੰਦੇ ਨਾ ਵੈਸਟਰਨ ਕਲਚਰ, ਉਹਦੇ ਵਿੱਚ ਵੀ ਇਹ ਪ੍ਰਮਾਣਿਤ ਹੈ। ਔਰ ਉੱਥੋਂ ਦੇ ਸਿਆਣੇ ਦਾਨੇ ਲੋਕਾਂ ਨੇ ਸੰਸਥਾ ਦੇ ਪ੍ਰਥਾਏ ਬਹੁਤ ਵੱਡੇ ਵਧੀਆ ਖਿਆਲ ਜਿਹੜੇ ਨੇ ਮਿਸਟਰ ਬਰਾੜ ਸਾਹਿਬ ਵਰਗਿਆਂ ਨੇ ਦਿੱਤੇ ਨੇ। ਅਸੀਂ ਕਈ ਵਾਰੀ ਸੋਚਦੇ ਹਾਂ ਕਿ ਸ਼ਾਇਦ ਪੱਛਮੀ ਲੋਕ ਹੀ ਜਿਹੜੇ ਨੇ ਉਹ ਇਸ ਸੰਸਥਾ ਤੋਂ ਬਾਗੀ ਨੇ। ਬਿਲਕੁਲ ਬਾਗੀ ਨੇ। ਜਿਹੜੇ ਬਾਗੀ ਨੇ ਉਹ ਵੀ ਉਸ ਕਲਚਰ ਨੂੰ ਨਹੀਂ ਸਮਝਦੇ, ਕਿਉਂਕਿ ਸਾਡੇ ਵੀ ਸਮਾਜ ਵਿੱਚ ਮੁਲਕ ਅੰਦਰ ਇਹ ਸੁਰਾਂ ਉੱਠਦੀਆਂ ਨੇ, ਵਿਆਹ ਨਹੀਂ ਹੋਣਾ ਚਾਹੀਦਾ, ਐਦਾਂ ਹੀ ਹੋਣਾ ਚਾਹੀਦਾ। ਬਹੁਤ ਕੁਝ ਗੱਲਾਂ ਆਪਾਂ ਇੱਧਰੋਂ ਸੁਣਦੇ ਹਾਂ, ਪਰ ਇਹ ਵੱਡੀ ਅਗਿਆਨਤਾ ਹੈ ਉਹਨਾਂ ਲੋਕਾਂ ਦੀ, ਜਾਂ ਐਵੇਂ ਕਹਿ ਲਓ ਅਗਿਆਨਤਾ ਭਰਪੂਰ ਗੱਲਾਂ ਨੇ। ਸਭ ਤੋਂ ਪਵਿੱਤਰ ਸੰਸਥਾ ਜਿਹੜੀ ਹੈ ਸਮਾਜ ਨੂੰ ਬਣਾਉਣ ਵਾਲਿਆਂ ਨੇ, ਬਜ਼ੁਰਗਾਂ ਨੇ ਇੱਕ ਵਿਆਹ ਦੀ ਸੰਸਥਾ ਬਣਾਈ ਹੈ। ਔਰ ਸਾਰੀ ਦੁਨੀਆ 'ਚ ਪ੍ਰਮਾਣਿਤ ਹੈ। ਵੱਡੇ ਅਵਤਾਰਾਂ, ਪੀਰਾਂ, ਪੈਗੰਬਰਾਂ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਸਾਰੇ ਗ੍ਰਸਤੀ ਸਨ, ਵਿਆਹ ਦੇ ਕਾਰਜ ਹੋਏ ਸਨ। ਔਰ ਇਸੇ ਤਰੀਕੇ ਨਾਲ ਸਾਡੇ ਗੁਰੂ ਸਾਹਿਬਾਂ ਨੇ ਇਹਨੂੰ ਆਨੰਦ ਕਾਰਜ ਦਾ ਨਾਮ ਦੇ ਕੇ ਹੋਰ ਮਹਾਨ ਕਰ ਦਿੱਤਾ। ਔਰ ਨਾਲ ਸਾਨੂੰ ਉਹ ਪਵਿੱਤਰ ਬਾਣੀ, ਉਹ ਯੁੱਗ ਦੱਸ ਦਿੱਤੀ ਜਿਹਦੇ ਰਾਹੀਂ ਅਸੀਂ ਜੀਵਨ ਬਤੀਤ ਕਰਦੇ ਹਾਂ, ਆਪਣੀ ਜ਼ਿੰਦਗੀ 'ਚ ਵਾਕਈ ਜੀਵਨ ਦਾ ਆਨੰਦ ਮਾਣ ਸਕੀਏ। ਇਹ ਗੱਲ ਚੇਤੇ ਰੱਖਣਾ, ਮਨੁੱਖ ਹੋਣ ਦੀ ਪਹਿਚਾਣ ਹੀ ਇਹ ਹੈ ਕਿ ਅਸੀਂ ਜ਼ਿੰਦਗੀ 'ਚ ਕਿੰਨੇ ਕੁ ਆਨੰਦ ਨਾਲ ਭਰੇ ਪਏ ਹਾਂ। ਜੇ ਆਨੰਦ ਨਾਲ ਨਹੀਂ ਭਰੇ, ਇਹਦਾ ਮਤਲਬ ਕਿ ਸਾਡੇ 'ਚੋਂ ਮਨੁੱਖਤਾ ਵਾਲੇ ਗੁਣ ਅਜੇ ਘਟੇ ਨੇ। ਜਿਵੇਂ ਕੋਈ ਰੋਗੀ ਬੰਦਾ ਹੋਏ ਨਾ, ਇਵੇਂ ਅਸੀਂ ਅੰਦਰੋਂ ਮਾਨਸਿਕ ਤੌਰ 'ਤੇ, ਅਧਿਆਤਮਿਕ ਤੌਰ 'ਤੇ ਅਸੀਂ ਅਧੂਰੇ ਹਾਂ ਜੇ ਸਾਡੀ ਜ਼ਿੰਦਗੀ 'ਚ ਆਨੰਦ ਪੈਦਾ ਨਹੀਂ ਹੋਇਆ। ਉਹ ਆਨੰਦ ਪੈਦਾ ਹੋਏਗਾ ਜਦੋਂ ਅਸੀਂ ਗੁਰੂ ਕੀ ਬਾਣੀ ਨੂੰ ਵਿਚਾਰਾਂਗੇ, ਉਹਦੇ ਅਨੁਸਾਰ ਜੀਵਨ ਬਤੀਤ ਕਰਾਂਗੇ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕੇ ਇਹ ਬਚਨ ਸਾਡੇ ਹਿਰਦਿਆਂ 'ਚ ਵਸਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ। ਪਿਆਰ ਦੇ ਨਾਲ ਅਗਲਾ ਪ੍ਰੋਗਰਾਮ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।